ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੱਕ ਵਾਰੀ ਫੇਰ ਲਾਈਵ ਤੁਹਾਡੇ ਰੂਬਰੂ ਪਾਤਰ ਸਾਹਿਬ ਦੀਆਂ ਇੱਕ ਲਾਈਨਾਂ ਮੈਨੂੰ ਚੇਤੇ ਆ ਰਹੀਆਂ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਮੈਂ ਅਕਸਰ ਇਹ ਗੱਲ ਕਹਿੰਦਾ ਕਿ ਜਦੋਂ ਕੋਈ ਕਿਸੇ ਕਿਸਮ ਦਾ ਆਪਸੀ ਭਰਾਵਾਂ ਦੇ ਵਿੱਚ ਕੋਈ ਤਕਰਾਰ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਹੁੰਦਾ ਹੈ, ਉਹਨੂੰ ਘਰ ਦੇ ਜਿਹੜੇ ਵਡੇਰੇ ਹੁੰਦੇ ਨੇ, ਪੇਰੈਂਟਸ ਹੁੰਦੇ ਨੇ, ਮਾਂ ਬਾਪ ਹੋ ਗਏ, ਦਾਦਾ ਦਾਦੀ ਹੋ ਗਏ, ਉਹ ਘਰੇ ਬੈਠ ਕੇ ਨਜਿੱਠ ਲੈਂਦੇ ਨੇ। ਤੇ ਜੇ ਉਹ ਬੇਵੱਸ ਹੋ ਜਾਣ ਫਿਰ ਜਿਹੜਾ ਹੈ ਮਾਮੇ ਆ ਜਾਂਦੇ ਨੇ। ਜੇ ਮੈਂ ਸਮਝਦਾ ਕਿ ਉਹ ਬੇਵੱਸ ਹੋ ਜਾਣ ਫਿਰ ਨਾਲ ਭੈਣਾਂ ਭਣੋਈਏ, ਤੇ ਜੇ ਉਹ ਬੇਵੱਸ ਹੋ ਜਾਣ ਪਿੰਡ ਦੀ ਪੰਚਾਇਤ ਹੈ, ਜੇ ਉਹ ਬੇਵੱਸ ਹੋ ਜੇ ਫਿਰ ਇਲਾਕੇ ਦੇ ਮੋਤਬਰ। ਫਿਰ ਉਸ ਤੋਂ ਬਾਅਦ ਮੈਂ ਕਹਿੰਦਾ ਹੁੰਦਾ ਕਿ ਦੋ ਆਪਸ਼ਨਾਂ ਬਚਦੀਆਂ ਨੇ ਕਿ ਇੱਕ ਲੜਾਈ ਤੇ ਇੱਕ ਕਾਨੂੰਨ ਦਾ ਸਹਾਰਾ। ਲੜਨਾ ਮੈਂ ਕਿਸੇ ਤਰ੍ਹਾਂ ਚਾਹੁੰਦਾ ਨਹੀਂ, ਕਿਉਂਕਿ ਕਲਾਕਾਰ ਖੁਸ਼ੀਆਂ ਦੇ ਵੰਜਾਰੇ ਹੁੰਦੇ ਹੈ। ਕਲਾਕਾਰ ਲੋਕਾਂ ਦੀਆਂ ਖੁਸ਼ੀਆਂ ਨੂੰ ਦੂਣਾ ਚੌਣਾ ਕਰਨ ਜਾਂਦੇ ਹੈ। ਬੜੇ ਲੰਬੇ ਅਰਸੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਮੈਂ ਇੱਥੇ ਦੇਸ਼ ਵਿਦੇਸ਼ ਦੇ ਵਿੱਚ ਨਿਭਾਉਂਦਾ ਚਲਿਆ ਆ ਰਿਹਾ। ਇਹ ਦੋਸਤਾਂ ਨੇ ਮੈਨੂੰ ਇਹਦੇ ਬਦਲੇ ਬਹੁਤ ਸਾਰਾ ਪਿਆਰ ਦਿੱਤਾ ਹੈ, ਉਹਨਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ। ਪਿਛਲੇ ਦਿਨਾਂ ਤੋਂ ਕੁਝ ਮੇਰੇ ਖਿਲਾਫ ਮੇਰੇ ਭਰਾ ਦਲਵਿੰਦਰ ਸਿੰਘ ਨੇ ਜੋ ਵੀ ਇੱਕ ਸੋਸ਼ਲ ਮੀਡੀਆ ਤੇ ਜਾਂ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਪ੍ਰੋਪੋਗੰਡਾ ਮੇਰੇ ਖਿਲਾਫ ਜਿਹੜਾ ਛੇੜਿਆ ਹੈ, ਐਕਚੁਅਲੀ ਬੇਲੋੜਾ ਮੈਂ ਸਮਝਦਾ, ਤੇ ਉਹਦੀ ਜ਼ਰੂਰਤ ਨਹੀਂ ਸੀ। ਇਹ ਪਹਿਲਾਂ ਬਹੁਤ ਸਾਰੀਆਂ ਗੱਲਾਂ ਸਾਡੇ ਆਪਸੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਚਲਦੀਆਂ ਰਹੀਆਂ। ਰਿਸ਼ਤੇਦਾਰਾਂ ਨੇ ਕੋਸ਼ਿਸ਼ ਕੀਤੀ, ਇਲਾਕੇ ਦੇ ਬੰਦਿਆਂ ਨੇ ਕੋਸ਼ਿਸ਼ ਕੀਤੀ, MLA ਸਾਹਿਬ, ਮੰਤਰੀ ਸਾਹਿਬ ਔਰ ਬਹੁਤ ਹੀ ਮੁਅੱਜ਼ਿਜ਼ ਮੋਤਬਰ ਸੱਜਣਾਂ ਨੇ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਹ ਫਰਿਆਦ ਕੀਤੀ ਕਿ ਮੈਨੂੰ ਇਹ ਜਿਹੜਾ ਮੇਰਾ ਪੈਸਾ ਹੈ ਇਹ ਦਵਾਇਆ ਜਾਵੇ। ਲੰਬੀ ਚੌੜੀ ਗੱਲ ਮੈਂ ਐਕਚੁਅਲੀ ਕਰਨਾ ਨਹੀਂ ਚਾਹੁੰਦਾ, ਕਿਉਂਕਿ ਜੇ ਇੱਕ ਨੇ ਗਲਤੀ ਕਰ ਲਈ ਤੇ ਸਿਆਣੇ ਕਹਿੰਦੇ ਦੂਸਰੇ ਨੂੰ 100 ਵਾਰ ਸੋਚਣਾ ਚਾਹੀਦਾ ਹੈ। ਪਰ ਜਿਵੇਂ ਮੈਂ ਹੁਣੇ ਜ਼ਿਕਰ ਕਰਕੇ ਹਟਿਆ ਕਿ ਪਾਤਰ ਸਾਹਿਬ ਦੀਆਂ ਲਾਈਨਾਂ ਜਿਵੇਂ ਚੁੱਪ ਰਿਹਾ ਤਾਂ ਲੋਕ ਕੀ ਕਹਿਣਗੇ, ਨਾ ਚਾਹੁੰਦਿਆਂ ਮੈਨੂੰ ਤੁਹਾਡੇ ਨਾਲ ਜਿਹੜੀਆਂ ਕੁਝ ਗੱਲਾਂ ਕਰਨ ਦਾ ਮੈਂ ਮਨ ਬਣਾਇਆ। ਬਹੁਤ ਵੱਡੇ ਲੰਬੇ ਮੈਂ ਸਮਝਦਾ ਕਿ ਮਸਲੇ ਨੇ ਜਿਹੜੇ ਟੇਬਲ ਤੇ ਬੈਠ ਕੇ ਨਜਿੱਠੇ ਜਾ ਸਕਦੇ ਨੇ। ਮੇਰੇ ਭਰਾ ਦਲਵਿੰਦਰ ਨੇ, ਜਿਹਨੂੰ ਭੋਲਾ ਕਹਿੰਦੇ ਅਸੀਂ, ਆੜਤ ਦਾ ਕੰਮ ਕੀਤਾ 10 ਸਾਲ ਪਹਿਲਾਂ ਲਾ ਲਓ ਜਾਂ ਕੁਝ ਅਰਸਾ ਥੋੜਾ ਹੋਰ ਲੰਬਾ ਪਹਿਲਾਂ ਲਾ ਲਓ, ਯਾਨੀ ਮੈਂ 20 ਸਾਲ ਪਹਿਲਾਂ ਲਾ ਲਓ। ਹਾਂ, ਮੈਂ ਤਕਰੀਬਨ ਇਹ ਕਹਿ ਸਕਦਾ ਕਿ ਇਹਨੇ ਜਿਹੜਾ ਆੜਤ ਦਾ ਕੰਮ ਸਟਾਰਟ ਕੀਤਾ 2000 ਦੇ ਵਿੱਚ ਸਟਾਰਟ ਕੀਤਾ, ਉਹ ਤੋਂ ਬਾਅਦ 2001 2 3 4 5 ਤੱਕ 6 ਸਾਲ ਇਹ ਘਰ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਮੈਂ ਕੋਈ ਕਿਸੇ ਕਿਸਮ ਦਾ ਇਹਦੇ ਵਿੱਚੋਂ ਪੈਸਾ ਨਹੀਂ ਲਿਆ, ਜਾਂ ਇਹ ਕਹਿ ਲਈਏ ਕਿ ਇਹਨੇ ਮੈਨੂੰ ਉਹਨਾਂ ਫਸਲਾਂ ਦੇ ਵਿੱਚੋਂ ਕੁਝ ਨਹੀਂ ਦਿੱਤਾ ਹੈ। ਇਹਦੀ ਆੜਤ ਦੇ ਵਿੱਚ ਫਸਲਾਂ ਜਾਂਦੀਆਂ ਰਹੀਆਂ, ਮੈਂ ਕੁਝ ਨਹੀਂ ਲਿਆ, ਤੇ ਜੋ ਵੀ ਕਮਿਸ਼ਨ ਬਣਦਾ ਸੀਗਾ ਬਈ ਉਹ ਵੀ ਮੈਂ ਕੁਝ ਨਹੀਂ ਲਿਆ। ਫਿਰ ਉਸ ਤੋਂ ਬਾਅਦ ਮੈਂ ਗੱਲ ਨੂੰ ਲੰਬੀ ਨਾ ਕਰਾਂ, ਤੇ ਇਹਨੇ ਜੋ ਵੀ ਕੀਤਾ ਮੈਂ ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ। ਕੁਝ ਇਹਦੇ ਪਾਰਟਨਰ ਦੇ ਨਾਲ ਜਿਹੜੇ ਕੁਝ
ਮਿਸਅੰਡਰਸਟੈਂਡਿੰਗ ਕਹਿ ਲਓ ਜਾਂ ਇਹਨਾਂ ਦਾ ਆਪਸੀ ਕੋਈ ਲਾਲਚ ਕਹਿ ਲਓ, ਪਾਰਟਨਰ ਦੇ ਨਾਲ ਇਹਦਾ ਝਗੜਾ ਹੋ ਗਿਆ। ਜੋ ਵੀ ਇਹਨਾਂ ਨੇ ਕਿਸੇ ਤਰੀਕੇ ਨਾਲ ਕੋਈ ਕਾਗਜ਼ੀ ਕਾਰਵਾਈ ਦਾ ਹਫ਼ਤਾ ਬਣਾ ਕੇ ਬਣਾਇਆ ਹੋਇਆ ਸੀਗਾ ਤੇ ਉਹਨਾਂ ਦਾ ਆਪਸੀ ਇਹਨਾਂ ਦਾ ਤਕਰਾਰ ਹੋ ਗਿਆ। ਤੇ ਮੈਂ ਵੀ ਗਿਆ ਹੋਇਆ ਸੀਗਾ ਦਿੱਲੀ। ਇਹਦੇ ਪਾਰਟਨਰ ਕਰਮਜੀਤ ਦਾ ਮੈਨੂੰ ਫੋਨ ਆਇਆ, ਬਾਈ ਜੀ ਮੇਰਾ ਫੈਸਲਾ ਕਰਵਾ ਦਿਓ। ਮੈਂ ਕਿਹਾ ਵੀ ਭਰਾ ਵੀ ਮੈਂ ਤਾਂ ਘਰ 'ਚ ਸਭ ਤੋਂ ਛੋਟਾ ਤੇ ਤੂੰ ਆਪਣੇ ਜਿਹੜੀ ਹੈਗੀ ਗੱਲਬਾਤ ਕਰ ਤੇ ਤੂੰ ਘਰ ਜਾ ਕੇ ਸਾਡੇ ਮੇਰੇ ਭਰਾ ਨਾਲ ਗੱਲ ਕਰ ਸਕਦਾ ਹੈ। ਤੇ ਵੀ ਇੱਥੇ ਕਿਉਂਕਿ ਘਰ ਦੇ ਵਿੱਚ ਛੋਟਿਆਂ ਦੀ ਕਿਹੜੀ ਚੱਲਦੀ ਹੈ, ਤੁਸੀਂ ਸਾਰੇ ਜਾਣਦੇ ਹੋ। ਕਰਦੇ ਕਰਾਉਂਦੇ ਉਸ ਵੇਲੇ ਵਿਜੀਲੈਂਸ ਦੇ ਪਰਚੇ ਹੋਏ, ਜਿਹਦੇ ਵਿੱਚ ਮੇਰੇ ਮੀਡੀਆ ਵਾਲੇ ਭਰਾਵਾਂ ਨੇ ਮੇਰੀ ਹਰ ਅਖਬਾਰ ਦੇ ਵਿੱਚ ਫਰੰਟ ਤੇ ਫੋਟੋ ਲਾਤੀ। ਨਾ ਚਾਹੁੰਦਿਆਂ 20% ਜੋ ਵੀ ਹਿੱਸੇਦਾਰੀ ਦੇ ਵਿੱਚ ਮੈਂ ਕੁਝ ਪਰਸੈਂਟ ਤੇ ਸੀਗਾ, ਲੇਕਿਨ ਸਾਇਲੈਂਟ ਪਾਰਟਨਰ ਸੀ, ਜਿਹਦਾ ਖਮਿਆਜ਼ਾ ਮੈਨੂੰ ਬਹੁਤ ਵੱਡੀ ਸਮਝ ਲਓ ਉਹ ਇੱਕ ਜਿਹੜੀ ਹੈ ਰਕਮ ਦੇ ਕੇ ਮੈਂ ਸਮਝਦਾ ਕਿ ਮੈਨੂੰ ਭੁਗਤਣਾ ਪਿਆ। ਕਦੋਂ ਮੇਰਾ ਗਾਣਾ ਚੱਲਿਆ, ਕਦੋਂ ਮੈਂ ਇਸ ਮਾਰਕੀਟ ਦੇ ਵਿੱਚ ਆਇਆ ਤੇ ਕਦੋਂ 2002 ਜਾਂ 2003 ਦੇ ਵਿੱਚ ਮੇਰੇ ਭਰਾ ਦੀ ਮਿਹਰਬਾਨੀ ਦੇ ਨਾਲ ਮੇਰੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਲੱਗ ਗਈਆਂ। ਮੈਂ ਕੁਝ ਪੇਪਰ ਤੁਹਾਨੂੰ ਦਿਖਾ ਰਿਹਾ ਹਾਂ ਵੀ ਇਹਨਾਂ ਪੇਪਰਾਂ ਦੇ ਵਿੱਚ ਮੇਰਾ ਫਰੰਟ ਤੇ ਮੇਰੀਆਂ ਫੋਟੋਆਂ ਲਾਤੀਆਂ। ਇਹਦੇ ਵਿੱਚ ਆ ਫਰੰਟ ਤੇ ਮੇਰੀਆਂ ਫੋਟੋਆਂ ਲਾਤੀਆਂ। ਮੀਡੀਆ ਵਾਲੇ ਸੱਜਣਾਂ ਨੇ, ਮੈਂ ਸਮਝਦਾ ਕਿ ਜੇ ਉਹ ਕੋਈ ਪੁੱਛਗਿੱਛ ਚੰਗੀ ਤਰ੍ਹਾਂ ਕਰਦੇ ਤਾਂ ਮੇਰਾ ਕੈਰੀਅਰ ਖਤਮ ਨਹੀਂ ਸੀ ਹੋ ਸਕਦਾ। ਤੇ ਇਹ ਜਿਹੜੀਆਂ ਤਸਵੀਰਾਂ ਪੇਪਰਾਂ ਦੇ ਵਿੱਚ ਉਹਨਾਂ ਨੇ ਛਾਪੀਆਂ, ਉਦੋਂ ਵੀ ਮੈਨੂੰ ਬਹੁਤ ਦੇਸ਼ ਵਿਦੇਸ਼ ਤੋਂ ਮੇਰੇ ਦੋਸਤਾਂ ਦੇ, ਮੇਰੇ ਚਾਹੁਣ ਵਾਲਿਆਂ ਦੇ ਫੋਨ ਆਉਂਦੇ ਰਹੇ ਕਿ ਤੂੰ ਸਪਸ਼ਟੀਕਰਨ ਦੇ ਸਕਦਾ ਹੈ। ਮੈਂ ਸੋਚਿਆ ਕਿ ਨਹੀਂ, ਇੱਕ ਪਰਿਵਾਰਿਕ ਮਸਲਾ ਹੈ, ਮੈਂ ਸਪਸ਼ਟੀਕਰਨ ਕੀ ਦੇਣਾ ਹੈ, ਵੀ ਉਹ ਉੱਪਰ ਵਾਲਾ ਮੇਰਾ ਸਪਸ਼ਟੀਕਰਨ ਦੇਗਾ। ਉਹਨੂੰ ਖੁਦ ਪਤਾ ਕਿ ਮੈਂ ਬੇਕਸੂਰ ਹਾਂ। ਕਲਾਕਾਰ ਦਾ ਕੰਮ ਹੁੰਦਾ ਸਿਰਫ ਸਟੇਜ ਤੇ ਜਾ ਕੇ ਲੋਕਾਂ ਨੂੰ ਐਂਟਰਟੇਨ ਕਰਨਾ, ਉਹ ਮੈਂ ਕਰ ਰਿਹਾ। ਤੇ ਇਹ ਪਰਿਵਾਰਿਕ ਇੱਕ ਮਸਲਾ ਸੀਗਾ। ਭਰਾ ਨੇ ਆੜਤ ਦਾ ਕੰਮ ਸਟਾਰਟ ਕੀਤਾ ਸੀ ਤੇ ਉਹਦੇ ਵਿੱਚ ਇਹ ਸਿਲਸਿਲਾ ਆ ਗਿਆ ਤਾਂ ਮੇਰਾ ਕੋਈ ਕਸੂਰ ਨਹੀਂ ਹੈ। ਤੇ ਮੈਂ ਬਹੁਤ ਵੱਡਾ ਸਮਝਦਾ ਕਿ ਇਹਦੇ ਵਿੱਚ ਨੁਕਸਾਨ ਜਿਹੜਾ ਉਠਾਇਆ। ਲੰਬੀ ਨਾ ਗੱਲ ਕਰਾਂ, ਹੁਣ ਪਿਛਲੇ ਦੋ ਚਾਰ ਦਿਨਾਂ ਤੋਂ ਜਿਹੜਾ ਮੇਰੇ ਖਿਲਾਫ ਜੋ ਵੀ ਇੱਕ ਪ੍ਰਚਾਰ ਸੋਸ਼ਲ ਮੀਡੀਆ ਤੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜਾ ਤੁਸੀਂ ਦੇਖਿਆ, ਮੈਂ ਚਾਹੁੰਦਾ ਸੀ ਮੈਂ ਕੁਝ ਬੋਲਿਆ ਨਹੀਂ ਕਿ ਨਹੀਂ, ਉਹ ਮਾਲਕ ਨੂੰ ਪਤਾ ਕਿ ਮੈਂ ਕੀ ਹਾਂ। ਪਰ ਫਿਰ ਮੇਰੇ ਦੋਸਤਾਂ ਦੇ ਫੋਨ ਪੂਰੀ ਦੁਨੀਆ ਦੇ ਵਿੱਚੋਂ ਆਏ ਕਿ ਨਹੀਂ, ਤੈਨੂੰ ਆਪਣਾ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ। 18 ਨਵੰਬਰ ਨੂੰ ਮੇਰੇ ਭਰਾ ਭੋਲੇ ਨੇ ਫੇਸਬੁੱਕ ਤੇ ਪੋਸਟ ਪਾਈ ਮੇਰੇ ਖਿਲਾਫ 2021 ਦੇ ਵਿੱਚ। ਤੇ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਜਦੋਂ ਰਿਸ਼ਤੇਦਾਰ ਤੁਹਾਡੇ ਹੈ ਉਹਨਾਂ ਨਾਲ ਗੱਲ ਕਰ ਸਕਦੇ ਹੋ, ਤੁਹਾਨੂੰ ਜੋ ਵੀ ਹੈ। ਫਿਰ ਉਹ ਖਿਲਾਫ ਪਾਈ ਤੇ ਉਸ ਤੋਂ ਬਾਅਦ ਮੈਂ ਚੁੱਪ ਰਿਹਾ। ਫਿਰ ਮੈਂ ਇਸ ਬਹੁਤ ਸਾਰੀਆਂ ਗੱਲਾਂ ਬਾਤਾਂ ਫਿਰ ਹੋਈਆਂ, ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮੈਂ ਲੜਨਾ ਨਹੀਂ ਚਾਹੁੰਦਾ ਤੇ ਸਿਰਫ ਕਾਨੂੰਨ ਦਾ ਸਹਾਰਾ ਲੈਣਾ ਚਾਹੁੰਦਾ। ਕਿਉਂਕਿ ਕਾਨੂੰਨ ਦੇ ਸਹਾਰੇ ਦੇ ਵਿੱਚ ਇਹੀ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹ ਤੁਸੀਂ ਸੰਬੰਧਿਤ ਜਿਹੜਾ ਥਾਣਾ ਹੈ ਉਹਦੇ ਨਾਲ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੀ ਐਪਲੀਕੇਸ਼ਨ ਦੇ ਸਕਦੇ ਹੋ, ਆਪਣੀ ਦਰਖਾਸਤ ਦੇ ਸਕਦੇ ਹੋ। ਉਹ ਮੈਂ ਦਿੱਤੀ। ਇਸ ਪਹਿਲੀਆਂ ਐਪਲੀਕੇਸ਼ਨਾਂ ਨੂੰ ਛੱਡ ਕੇ ਮੈਂ ਗੱਲ ਕਰਾਂ ਕਿ 11 ਅਪ੍ਰੈਲ ਨੂੰ ਮੈਂ ਦਰਖਾਸਤ ਦਿੱਤੀ ਕਿ ਜੋ ਪਿਛਲੇ 2 ਸਾਲ ਪਹਿਲਾਂ ਸਾਡਾ ਇੱਕ ਘਰੇਲੂ ਵੰਡ ਨੂੰ ਲੈ ਕੇ ਐਗਰੀਮੈਂਟ ਬਣਿਆ ਸੀਗਾ, ਇਕਰਾਰਨਾਮਾ ਬਣਿਆ ਸੀ ਕਿ
ਬੁੱਗੇ ਦਾ ਹਿਸਾਬ ਇਸ ਤਰੀਕੇ ਨਾਲ ਹੋਣਾ, ਮੈਂ ਲੰਬੀ ਗੱਲ ਨਾ ਕਰਾਂ। ਤੇ ਉਹਨੂੰ ਲੈ ਕੇ ਮੈਂ ਐਪਲੀਕੇਸ਼ਨ ਦਿੱਤੀ ਕਿ ਵੀ ਇਹ ਜਿਹੜਾ ਸਾਡਾ ਰਾਜ਼ੀਨਾਮਾ ਹੈ ਉਹ ਲਾਗੂ ਕਰਵਾਇਆ ਜਾਵੇ ਕਿਰਪਾ ਕਰਕੇ। ਫਿਰ ਵਿਹੜੇ ਦੇ ਵਿੱਚ ਜਿਹੜਾ ਸਮਾਨ ਨਜਾਇਜ਼ ਤੌਰ ਤੇ 3 ਸਾਲਾਂ ਤੋਂ ਰੱਖਿਆ ਹੋਇਆ ਹੈ ਤੇ ਉਹ ਚੱਕਿਆ ਜਾਵੇ। ਜੇ ਮੈਂ ਰੱਖਿਆ ਹੋਇਆ ਤਾਂ ਮੇਰਾ ਚੁਕਾ ਦਿਓ। ਮੈਂ ਪੁਲਿਸ ਨੂੰ ਬੇਨਤੀ ਕੀਤੀ ਕਿ ਜੇ ਇਹਦਾ ਰੱਖਿਆ ਹੋਇਆ ਤਾਂ ਤੁਸੀਂ ਇਹਦਾ ਚੁਕਾ ਦਿਓ। ਸੋ ਉਹ ਬੜੇ ਲੰਬੇ ਮੰਥਨ ਤੋਂ ਬਾਅਦ ਕਿ ਵਿਹੜੇ ਦੇ ਵਿੱਚ ਸਮਾਨ ਜਿਹੜਾ ਸੀਗਾ ਉਹ ਤੁਸੀਂ ਉਹਦੇ ਬਾਰੇ ਖਬਰ ਸੁਣ ਚੁੱਕੇ ਹੋ। ਤੇ ਜਿਹੜਾ ਘਰੇਲੂ ਵੰਡ ਦਾ ਜਿਹੜਾ ਮਸਲਾ ਹੈ ਉਹਨੂੰ ਲੈ ਕੇ ਮੈਂ ਗੱਲ ਕਰਾਂ, ਸਾਡਾ ਜਿਹੜਾ ਇਕਰਾਰਨਾਮਾ ਹੋਇਆ ਕੁਝ ਅਰਸਾ ਪਹਿਲਾਂ, ਸੋ ਇਹ ਇਕਰਾਰਨਾਮਾ ਤੁਸੀਂ ਦੇਖਿਆ ਹੈ, ਮੇਰੇ ਕੋਲ ਹੈ, ਜਿਹੜਾ ਕਿ 2 ਸਾਲ ਹੋਣ ਵਾਲੇ ਹੈ। ਇਹਦੇ ਵਿੱਚ ਹੁਣ ਤੱਕ ਇਹ ਲਾਗੂ ਨਹੀਂ ਹੋਇਆ। ਰਿਸ਼ਤੇਦਾਰ ਆਏ, ਮਿੱਤਰ ਸੱਜਣ ਆਏ, ਮੇਰੇ ਦੋਸਤ ਆਏ, ਸਾਡੇ ਮਾਮਲੇ ਦੇ ਵਿੱਚ ਕੁਝ ਨਹੀਂ ਬਣਿਆ। ਇੱਕ ਦਿਨ ਮੈਂ ਸਾਡੇ ਦੋਸਤ, ਸਾਂਝੇ ਦੋਸਤ ਕਹਿ ਲਓ, ਮੈਂ ਉਹਨਾਂ ਦਰਸ਼ਨ ਹੈ ਉਹਨਾਂ ਦਾ ਨਾਮ, ਮੈਂ ਉਹਨੂੰ ਕਿਹਾ ਮੈਂ ਦਰਸ਼ਨ, ਕੋਈ ਵੱਡੀ ਗੱਲ ਨਹੀਂ ਹੈ ਵੀ ਜੇ 2 ਬੰਦੇ ਇਕੱਠੇ ਕੀਤੇ ਜਾਣ ਤਾਂ ਮਸਲਾ ਛੇਤੀ ਹੱਲ ਹੋ ਸਕਦਾ। ਐਸੀ ਕੋਈ ਵੱਡੀ ਗੱਲ ਨਹੀਂ ਹੈ, ਵੱਡੇ ਵੱਡੇ ਮਸਲੇ ਟੇਬਲ ਤੇ ਹੱਲ ਹੋਏ ਨੇ। ਸੋ ਇਹੀ ਹੈ ਵੀ ਜੇ ਮੈਂ ਕੋਈ ਪੈਸਾ ਲੈਣਾ ਹੈ, ਮੈਂ ਥੱਲੇ ਆ ਸਕਦਾ, ਹੋਰ ਥੱਲੇ ਆ ਸਕਦਾ, ਹੋਰ ਥੱਲੇ ਆ ਸਕਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਿਲਕੁਲ ਉਸ ਚੀਜ਼ ਨੂੰ ਭੁੱਲ ਜਾ। ਇਹਨੇ 2002-3 ਦੇ ਵਿੱਚ ਜੋ ਵੀ ਇੱਕ ਸਿਲਸਿਲਾ ਬਣਿਆ ਉਹਦੇ ਵਿੱਚ ਮੈਨੂੰ ਡੈਮੇਜ ਹੋਣਾ ਪਿਆ। ਤੇ ਫਿਰ ਕੁਝ ਅਰਸਾ ਪਹਿਲਾਂ, ਮੈਂ ਹੁਣ ਡੇਟਾ ਨਾ ਦੇਵਾਂ, ਇਹਨੇ ਭੋਲੇ ਨੇ ਮੇਰੀ ਜ਼ਮੀਨ ਜਿਹੜੀ ਹੈ ਉਹ 4 ਸਾਲ ਠੇਕੇ ਤੇ ਵਾਹੀ ਹੈ। ਤੇ ਉਹਦਾ ਜੇ ਠੇਕਾ ਦੇਖਿਆ ਜਾਵੇ ਜਿਹੜਾ ਕਿ ਮੇਰਾ ਹੱਕ ਹੈ ਲੈਣ ਦਾ, ਉਹ ਠੇਕਾ ਮੈਂ ਰਿਸ਼ਤੇਦਾਰਾਂ ਨੂੰ ਕਿਹਾ ਕਿ ਮੇਰਾ ਤੁਸੀਂ ਇਹ ਠੇਕਾ ਜਿਹੜਾ ਹੈ ਉਹ ਦਬਾ ਦਿਓ। ਇਹਨੇ ਉਹ ਠੇਕਾ ਦੇਣ ਤੋਂ ਆਨਾਕਾਨੀ ਕਰਦਾ ਰਿਹਾ, ਜਾਂ ਇਹ ਕਹਿ ਲਓ ਵੀ ਟਾਲ ਮਟੋਲ ਕਰਦਾ ਰਿਹਾ। ਹੁਣ ਦਿਨ ਐਗਰੀਮੈਂਟ ਦੇ ਵਿੱਚ ਵੀ ਕਿਹਾ ਵੀ ਮੈਂ ਤਾਂ ਇੰਨੇ ਪੈਸੇ ਪਹਿਲਾਂ ਦਊਂਗਾ, ਫਿਰ ਇੰਨੇ ਦਾ ਚੈੱਕ ਦਊਂਗਾ, ਕੁਝ ਨਹੀਂ ਹੋਇਆ। ਉਲਟਾ ਜੇ ਮੈਂ ਉਹਨਾਂ ਸਾਲਸਾਂ ਨੂੰ ਕਿਹਾ ਕਿ ਮੇਰੇ ਪੈਸੇ ਤੁਸੀਂ ਦਵਾਓ, ਕਹਿੰਦਾ ਵੀ ਮੈਂ ਨਹੀਂ ਦੇਣੇ, ਜੋ ਮਰਜ਼ੀ ਕਰ ਲਵੇ। ਸੋ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੈਂ ਇੱਕ ਕਲਾਕਾਰ ਹਾਂ। ਮੈਂ ਜਿਵੇਂ ਅਰਜ਼ ਕੀਤੀ ਹੈ ਕਿ ਮੈਂ ਕਾਨੂੰਨਨ ਪ੍ਰਕਿਰਿਆ ਦੇ ਹਿਸਾਬ ਨਾਲ ਐਪਲੀਕੇਸ਼ਨ ਦੇ ਸਕਦਾ, ਸੰਬੰਧਿਤ ਥਾਣੇ ਦੇ ਵਿੱਚ, ਜਾਂ SSP ਸਾਹਿਬ ਨੂੰ ਐਪਲੀਕੇਸ਼ਨ ਦੇ ਸਕਦਾ, DGP ਸਾਹਿਬ ਨੂੰ ਐਪਲੀਕੇਸ਼ਨ ਦੇ ਸਕਦਾ, CM ਸਾਹਿਬ ਨੂੰ ਐਪਲੀਕੇਸ਼ਨ ਦੇ ਸਕਦਾ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਐਪਲੀਕੇਸ਼ਨ ਦੇ ਸਕਦਾ, ਜਾਂ ਹੋਰ ਜਿੱਥੇ ਵੀ ਕਿਤੇ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ, ਮਤਲਬ ਆਪਣਾ ਇਨਸਾਫ ਲੈਣ ਲਈ। ਜਿਹੜਾ ਕਿ ਮੈਨੂੰ ਮੇਰਾ ਪੈਸਾ ਨਹੀਂ ਮਿਲਿਆ, ਮੈਂ ਚੁੱਪ ਰਿਹਾ, ਫਿਰ ਚੁੱਪ ਰਿਹਾ। ਇਹਨੇ ਇੱਕ ਤਾਂ ਇਹ ਕਿ ਸਾਡੇ ਤਾਇਆ ਜੀ ਜਿਨ੍ਹਾਂ ਕੋਲ 9 ਕਿੱਲੇ ਆ, ਉਹਨਾਂ ਦੇ 2 ਕਿੱਲੇ ਇਹਨੇ ਨਾ ਲਵਾ ਲਏ। ਅਸੀਂ ਕੁਝ ਨਹੀਂ ਬੋਲੇ, ਸਮਾਨ ਵਿਹੜੇ ਦੇ ਵਿੱਚ ਪਿਆ ਏ, ਅਸੀਂ ਬਰਦਾਸ਼ਤ ਕਰ ਲਿਆ। ਇੱਕ ਜਨਰੇਟਰ ਬਾਪੂ ਜੀ ਇਸ ਵੇਲੇ 82 ਨੇ, ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਤੇ ਡਾਕਟਰ, ਫਿਰ ਸਕਿਨ ਦੀ ਵੀ ਪ੍ਰੋਬਲਮ ਹੈ। ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਤੁਸੀਂ ਉਹਦੇ ਵਿੱਚ ਰੱਖਣਾ ਹੈ, ਮੈਂ AC ਦੇ ਵਿੱਚ ਰੱਖਣਾ, ਤਾਂ ਮੈਂ ਉਹਨਾਂ ਦਿਨਾਂ 'ਚ ਖਰਾਬ ਹੋ ਗਿਆ ਸਾਡਾ ਜਨਰੇਟਰ, ਤੇ ਮੈਂ ਜਨਰੇਟਰ ਲੈ ਆਇਆ। ਜਨਰੇਟਰ ਦੇ ਆਲੇ ਦੁਆਲੇ ਇਹਨੇ ਇਹ ਲੱਕੜਾਂ ਰੱਖਦੀਆਂ ਤੇ ਮੇਰੇ ਦਰਾਂ ਦੇ ਮੂਹਰੇ ਆ ਟਰੈਕਟਰ ਖੜਾ ਕਰਤਾ ਮੈਨੂੰ ਡਿਮੋਰਲਾਈਜ਼ ਕਰਨ ਲਈ। ਤੇ ਇਹ ਟਰੈਕਟਰ ਖੜਾ ਕਰਤਾ, ਮੇਰੇ ਬੂਹੇ ਵੱਲ ਕਰਕੇ 4 AC ਰੱਖ ਲਏ, 3 AC ਲੱਗੇ ਹੋਏ ਨੇ, ਔਰ ਇੱਕ AC ਦੀ ਇਹ ਪ੍ਰੋਵੀਜ਼ਨ ਹੈ। ਤੁਸੀਂ ਦੇਖ ਸਕਦੇ ਹੋ, ਜਿਹੜਾ ਕਿ ਮੈਂ ਚਾਹੁੰਦਾ ਨਹੀਂ ਵੀ ਇਹ ਚੀਜ਼ ਸਾਂਝੀ ਕੀਤੀ ਜਾਵੇ, ਪਰ ਫਿਰ ਵੀ ਮੈਂ ਨਾ ਚਾਹੁੰਦਿਆਂ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਔਰ ਆਹ ਬਾਪੂ ਜੀ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ, ਡਾਕਟਰ ਨੇ ਸੈਰ ਦੱਸੀ ਹੈ, ਇਹ
ਵਿਹੜੇ ਦੇ ਵਿੱਚ ਇੱਕ ਕਾਰ ਖੜੀ ਕਰਤੀ ਤੇ ਟਰੈਕਟਰ ਖੜਾ ਕਰਤਾ ਕਿ ਸਾਡੀ ਸੈਰ ਜਿਹੜੀ ਹੈ ਬਾਪੂ ਜੀ ਦੀ ਉਹ ਬੰਦ ਕਰਵਾਤੀ ਹੈ। ਅਸੀਂ ਇਹ ਵੀ ਬਰਦਾਸ਼ਤ ਕੀਤਾ। ਆਹ ਰਸਤੇ ਦੇ ਵਿੱਚ ਸਕੂਟਰ ਖੜੇ ਕਰਤੇ, ਇਹ ਵੀ ਬਰਦਾਸ਼ਤ ਕੀਤਾ। ਆਹ ਸਾਡੀ ਸਾਂਝੀ ਟੈਂਕੀ ਹੈ ਜਿਹੜੀ ਨੀਚੇ ਵਾਲੀ 'ਚ, ਇਹ ਸਾਡੀ ਮੇਰੀ ਟੈਂਕੀ ਹੈ। ਇਹਨੇ ਆਪਣੀ ਇਸ ਤੋਂ ਥੱਲੇ ਟੈਂਕੀ ਬਣਾ ਲਈ। ਸਾਂਝੇ ਬੋਰ ਦੇ ਵਿੱਚੋਂ ਜਦੋਂ ਇਹਦੀ ਆਪਣੀ ਟੈਂਕੀ ਭਰ ਜਾਂਦੀ ਸੀ, ਇਹ ਗੇਟ ਵੱਲ ਬੰਦ ਕਰਕੇ ਜਿਹੜਾ ਹੈ ਉਹਨਾਂ ਦਾ ਸਾਡੀ ਟੈਂਕੀ ਖਾਲੀ। ਇਹ ਸਾਡੇ ਤਾਏ ਦੇ ਮੁੰਡਿਆਂ ਦੀ ਟੈਂਕੀ ਹੈ। ਫਿਰ ਇਹ ਮੋਟਰ ਚਲਾ ਕੇ ਅਸੀਂ ਆਪਣੀ ਟੈਂਕੀ ਭਰਦੇ ਰਹੇ। 20-25 ਵਾਰ ਇਹਨੇ ਇਹ ਕੀਤਾ ਔਰ 5-7 ਵਾਰ ਇਹਨੇ ਸਾਡੀ ਟੈਂਕੀ ਖਾਲੀ ਵੀ ਕੀਤੀ ਤੇ ਮੈਨੂੰ ਡਿਮੋਰਲਾਈਜ਼ ਕਰਨ ਲਈ ਇਹ ਆ ਵਿਹੜੇ ਦੇ ਵਿੱਚ ਇਸ ਤਰ੍ਹਾਂ ਸਮਾਨ ਖੜਾ ਕਰ ਦਿੰਦਾ ਰਿਹਾ ਕਿ ਮੈਨੂੰ ਟੌਰਚਰ ਕਰਨ ਲਈ। ਮੈਂ ਫਿਰ ਵੀ ਚੁੱਪ ਰਿਹਾ, ਕੁਝ ਨਹੀਂ ਬੋਲਿਆ। ਇਸ ਤਰ੍ਹਾਂ ਇਹ ਸਮਾਨ ਖੜਾ ਕਰਦਾ ਰਿਹਾ, ਇਦਾਂ ਇਹ ਸਮਾਨ ਖੜਾ ਕਰਦਾ ਰਿਹਾ। ਇਹ ਵਿਹੜੇ ਦੇ ਵਿੱਚ ਆ ਦੇਖ ਰਹੇ ਹੋ ਤੁਸੀਂ, ਇਹ ਟੇਬਲ ਰੱਖਿਆ ਹੋਇਆ ਹੈ। ਇਹ ਪਿਛਲੇ 3 ਸਾਲ ਤੋਂ ਪਿਆ ਸੀ, ਜਿਹੜਾ ਕਿ ਹੁਣ ਚੱਕਿਆ ਗਿਆ। ਔਰ ਉਹਦੇ ਪਿਛਲੇ ਪਾਸੇ ਤੁਸੀਂ ਬੂਟੇ ਦੇਖਦੇ ਹੋ ਸਾਂਝੇ ਪਾਰਕ ਦੇ ਵਿੱਚ। ਮੇਰੀ ਸਹਿਮਤੀ ਤੋਂ ਬਿਨਾ ਜਿਹੜਾ ਹੈ ਇਹਨੇ ਉਹ ਸਮਾਨ ਰੱਖਿਆ ਹੋਇਆ। ਤੇ ਜੇ ਅਸੀਂ ਰਿਸ਼ਤੇਦਾਰਾਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਘਰ ਜਾਂਦੇ ਹੋ, ਮੇਰੇ ਰਿਸ਼ਤੇਦਾਰ ਆਉਂਦੇ ਨੇ, ਮੇਰੇ ਦੋਸਤ ਆਉਂਦੇ ਨੇ, ਮੈਨੂੰ ਮਿਲਣ ਵਾਲੇ ਸੱਜਣ ਆਉਂਦੇ ਨੇ, ਤੇ ਇਹ ਵਿਹੜੇ 'ਚ ਪਿਆ ਸਮਾਨ ਚੰਗਾ ਨਹੀਂ ਲੱਗਦਾ, ਤੁਸੀਂ ਇਹਨੂੰ ਚੁਕਾ ਦਿਓ। ਇਹਦਾ ਸਿਰਫ ਇੱਕੋ ਹੀ ਮਕਸਦ ਸੀ ਕਿ ਸਤਿੰਦਰ ਬੁੱਗਾ ਨੂੰ ਪ੍ਰਵੋਕ ਕਰਨਾ, ਉਕਸਾ ਕੇ ਜੇ ਇਹ ਮੇਰੇ ਨਾਲ ਲੜਾਈ ਕਰੇਗਾ ਤਾਂ ਇਹਦੇ ਖਿਲਾਫ ਮੈਂ ਕਾਨੂੰਨਨ ਕਾਰਵਾਈ ਕਰਾਂ। ਜਿਹੜਾ ਕਿ ਮੈਂ ਨਹੀਂ ਸੀ ਚਾਹੁੰਦਾ, ਬਰਦਾਸ਼ਤ ਕੀਤਾ, ਬਰਦਾਸ਼ਤ ਕੀਤਾ, ਆਹ ਕਰ ਲਿਆ ਤੇ ਇਹ ਵੀ ਬਰਦਾਸ਼ਤ ਕਰ ਲਿਆ, ਆਹ ਕੰਮ ਕਰ ਲਿਆ, ਇਹ ਵੀ ਬਰਦਾਸ਼ਤ ਕਰ ਲਿਆ। ਤੇ ਇਦਾਂ ਚੱਲਦਾ ਰਿਹਾ। ਮੈਂ ਤੁਹਾਨੂੰ ਥੋੜਾ ਜਿਹਾ ਇੱਕ ਉਹ ਚੀਜ਼, ਜਿੱਥੇ ਤੁਸੀਂ ਹੁਣੇ 2 ਦਿਨ ਪਹਿਲਾਂ ਦੀ ਇੱਕ ਵੀਡੀਓ, ਜਿਹੜੀ ਕਿ 2 ਸਾਲ ਪਹਿਲਾਂ ਦੀ ਵੀਡੀਓ ਸੀਗੀ, ਉਹ ਤੁਸੀਂ ਦੇਖੀ। ਇਹ ਸਾਡਾ ਘਰ ਹੈ ਤੇ ਦੇ ਜੇ ਦੇਖਦੇ ਹੋ ਕੁਝ ਕਿਤੇ ਕੋਈ ਸਮਾਨ ਨਹੀਂ ਪਿਆ, ਪਰ ਇਹ 2 ਸਾਲ ਪਹਿਲਾਂ ਦਾ ਜਿਹੜਾ ਸਮਾਨ ਹੈ, ਇੱਥੋਂ ਟੇਬਲ ਚੱਕਿਆ ਹੈ, ਇਹ ਉਸੇ ਤਰ੍ਹਾਂ ਜਿਹੜਾ ਹੈ ਮਿੱਟੀ ਖਿਲਰੀ ਪਈ ਹੈ, ਗੰਦ ਪਾਇਆ ਹੋਇਆ ਹੈ, ਜਿਹੜਾ ਕਿ ਮੈਂ ਸਮਝਦਾ ਕਿਸੇ ਵੀ ਘਰ ਦੇ ਵਿੱਚ ਨਹੀਂ। ਇੱਥੇ ਟੇਬਲ ਪਿਆ ਸੀ, ਇੱਥੇ ਇਹ ਹੁਣ ਦੇਖ ਸਕਦੇ ਹੋ ਤੁਸੀਂ ਕੀ ਹੈ, ਕਿਵੇਂ ਹੈ। ਤੇ ਇਹ ਸਾਡਾ ਇੱਕ ਸਾਂਝਾ ਚੁੱਲ੍ਹਾ ਸੀ। ਇੱਥੇ ਜਿਹੜੀ ਹੈ ਤਵੀ ਹੈ, ਇਹਨਾਂ ਦੇ ਥੱਲੇ ਲੱਕੜੀਆਂ ਜਿਹੜੀਆਂ ਲਾਈਆਂ, ਇਹ 3 ਸਾਲ ਪਹਿਲਾਂ ਇਹਨੇ ਘਰ ਬਣਾ ਲਿਆ। ਤੇ ਇਹ ਘਰ ਬਣਾਉਣ ਤੋਂ ਬਾਅਦ ਇਹ ਲੱਕੜੀਆਂ ਚੱਕੀਆਂ ਨਹੀਂ ਹੈ, ਮੈਨੂੰ ਪ੍ਰਵੋਕ ਕਰਨ ਲਈ ਜਾਣ ਬੁੱਝ ਕੇ। ਜੇ ਅਸੀਂ ਸਮਝ ਲਓ 3 ਭਰਾ ਹੈ ਤਾਂ 3 ਦਾ ਸਮਾਨ ਇੱਥੇ ਆ ਸਕਦਾ। ਇੱਕ ਜਨਰੇਟਰ ਉਹ ਹੈ, ਇੱਕ ਜਨਰੇਟਰ ਹੈ ਜਿਹੜਾ ਮੈਂ ਹੁਣੇ ਲਿਆ ਕੇ ਰੱਖਿਆ ਥੋੜਾ ਚਿਰ ਪਹਿਲਾਂ, ਤੇ ਇੱਕ ਇੱਥੇ ਜਨਰੇਟਰ ਰੱਖ ਸਕਦਾ ਸੀ। ਜੇ ਜਨਰੇਟਰ ਨਹੀਂ ਵੀ ਰੱਖਣਾ ਤਾਂ ਇੱਥੇ ਜਿਹੜੀ ਤਵੀ ਹੈ, ਉਹ ਤਵੀ ਕੱਢ ਕੇ ਜਦੋਂ ਸਾਂਝਾ ਚੁੱਲ੍ਹਾ ਸੀ ਉਹਦੇ ਵਿੱਚ ਤੁਸੀਂ ਰੋਟੀਆਂ ਬਣਾ ਸਕਦੇ ਹੋ। ਇਹਨੇ ਜਾਣ ਬੁੱਝ ਕੇ ਇਹ ਰੱਖਿਆ ਹੋਇਆ ਮੈਨੂੰ ਪ੍ਰਵੋਕ ਕਰਨ ਲਈ। ਤੇ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਜਨਰੇਟਰ ਜਿਹੜਾ ਲੈ ਕੇ ਆਇਆ, ਇਹ ਜਨਰੇਟਰ ਦੇ ਆਲੇ ਦੁਆਲੇ ਇਹਨੇ ਇਹ ਲੱਕੜਾਂ ਲਾਤੀਆਂ। ਫਿਰ ਵੀ ਮੈਂ ਇਹਨੂੰ ਕੁਝ ਨਹੀਂ ਕਿਹਾ। ਮੈਂ ਇੱਥੋਂ ਲੱਕੜਾਂ ਚੱਕ ਕੇ ਮੈਂ ਉੱਥੇ ਖੜੀਆਂ ਕਰ ਰਿਹਾ ਸੀ। ਇਹ ਇਲਜ਼ਾਮ ਲਾ ਰਿਹਾ ਸੀ ਕਿ ਮੇਰਾ ਸਮਾਨ ਬਾਹਰ ਕੱਢਤਾ। ਇਹ ਸਮਾਨ ਦੇਖੋ ਹੁਣ ਤੁਸੀਂ, ਇਹ ਸਮਾਨ ਹੈ ਜਾਂ ਇਹ ਕੂੜਾ ਕਬਾੜ ਹੈ, ਮੈਂ ਕਿੱਥੇ ਸੁੱਟ ਰਿਹਾ ਸੀ। ਤੇ ਮੈਨੂੰ ਬਦਨਾਮ ਕਰਨ ਦੀ ਜਿਹੜੀ ਇਹਦੇ ਸੁਭਾਅ ਦੇ ਵਿੱਚ ਹੈਗਾ, ਤੇ ਮੈਂ ਸਮਝਦਾ ਕਿ ਉਹ ਚੰਗੀ ਨਹੀਂ ਹੈ। ਇਹ ਵਿਹੜਾ ਹੈ, ਵਿਹੜੇ ਦੇ ਵਿੱਚ ਪਾਰਕ ਹੈ, ਪਾਰਕ ਦੇ ਵਿੱਚ ਬੂਟੇ ਜਿਹੜੇ ਹੈਗੇ ਉਹ ਲਾਏ ਹੋਏ ਆ ਮੇਰੀ ਸਹਿਮਤੀ ਤੋਂ ਬਿਨਾਂ। ਇਹਨਾਂ ਦਾ ਕੋਈ ਕੰਮ ਨਹੀਂ ਹੈ, ਸਿਰਫ ਮੈਨੂੰ ਪ੍ਰਵੋਕ ਕਰਨ ਲਈ, ਮੈਨੂੰ ਡਿਮੋਰਲਾਈਜ਼ ਕਰਨ ਲਈ ਸਾਂਝੇ ਪਾਰਕ ਦੇ ਵਿੱਚ ਇਹ ਬੂਟੇ ਲਾਏ ਆ। ਜਦ ਕਿ ਮੈਨੂੰ ਵੀ ਹੱਕ ਹੈ ਕਿ ਸਾਂਝੇ ਪਾਰਕ ਦੇ ਵਿੱਚ, ਸਾਂਝੇ ਵਿਹੜੇ ਦੇ ਵਿੱਚ ਮੈਂ ਵੀ ਬੂਟੇ ਲਾ ਸਕਦਾ। ਆਹ ਜਿਹੜੀ ਜਗ੍ਹਾ ਤੁਸੀਂ ਵੇਖ ਰਹੇ ਹੋ, ਇੱਥੇ ਅਸੀਂ 3 ਭਰਾ ਸਬਜ਼ੀਆਂ ਲਾਉਂਦੇ ਸੀ। ਇਹਨੇ ਇੱਕ ਵਾਰੀ ਕੁਝ ਖਾ ਪੀ ਕੇ ਬਹੁਤ ਖਰੂਦ ਕੀਤਾ ਕਿ ਕਹਿੰਦਾ ਮੈਂ ਇੱਥੇ ਨਾ ਕੋਈ ਦਾਲ ਸਬਜ਼ੀ ਲਾਉਣ ਦੇਵਾਂ ਤੇ ਨਾ ਲਾਵਾਂ।
ਕਹਿੰਦਾ ਮਰ ਜੂੰਗਾ ਜਾਂ ਮਾਰ ਦੂੰਗਾ, ਵੀ ਇੱਥੇ ਮੈਂ ਕੁਝ ਨਹੀਂ ਕਰਨ ਦਿੰਦਾ। ਆਹ ਦੇਖ ਲਓ ਹੁਣ ਜੰਗਲ ਬਣਿਆ ਪਿਆ ਘਰ ਦੇ ਵਿੱਚ। ਆਹ ਉਹ ਟੇਬਲ ਹੈ ਜਿਹੜਾ ਪਿਆ ਸੀਗਾ, ਤੇ ਇੱਥੇ ਆ ਫੱਟੇ ਪਏ ਨੇ ਜਿਹੜੇ ਉਹ ਫੱਟੇ ਰੱਖੇ ਹੋਏ ਸੀ, ਤੇ ਇਹ ਪਾਸੇ ਕਰ ਦਿੱਤੇ ਗਏ ਨੇ ਵੀ ਕਿ ਹਾਂ ਵਿਹੜਾ ਸਾਫ ਸੁਥਰਾ ਹੋ ਜੇ। ਇਸ ਵਿਹੜੇ ਦੇ ਵਿੱਚ ਕੋਈ ਤੁਹਾਨੂੰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਹੈ, ਤੇ ਸਿਰਫ ਜਿਹੜੀ ਹੈ ਮੈਂ ਜਿੱਧਰ ਜਾ ਰਿਹਾ ਉਸੇ ਪਾਸੇ, ਕਿ ਇੱਥੇ ਮੇਰੇ ਦੋਸਤ ਆਉਂਦੇ ਨੇ, ਇੱਧਰ ਆਉਂਦੇ ਨੇ, ਤੇ ਇਹ ਦੇਖਦੇ ਨੇ ਕਿ ਇਹ ਕੀ ਪਿਆ। ਇਹ ਤੁਸੀਂ ਪਹਿਲਾਂ ਵੀ ਦੇਖ ਸਕਦੇ ਹੋ ਕਿ ਇਹ ਹੁਣ ਤੱਕ ਨਹੀਂ ਚੱਕਿਆ। ਜੇ ਕਿਸੇ ਸਮਝ ਲਓ ਸਿਆਣੇ ਬੰਦੇ ਨੇ ਆ ਕੇ ਜੇ ਇਹ ਗੱਲ ਕਹਿਤੀ ਵੀ ਯਾਰ ਤੁਹਾਡਾ ਅੱਛਾ ਪਰਿਵਾਰ ਹੈ, ਦੁਨੀਆ ਦੇ ਵਿੱਚ ਤੁਹਾਡਾ ਨਾਮ ਹੈ, ਤੇ ਤੁਸੀਂ ਆਪਣੇ ਘਰ ਦੀ ਸਫਾਈ ਰੱਖੋ, ਤਾਂ ਇਹਦੇ ਵਿੱਚ ਮੈਂ ਸਮਝਦਾ ਕਿ ਕੁਝ ਵੀ ਗਲਤ ਨਹੀਂ ਹੈ। ਜਿੱਥੋਂ ਤੱਕ ਮੈਂ ਗੱਲ ਲੰਬੀ, ਮੈਂ ਚਾਹੁੰਦਾ ਨਹੀਂ ਸੀ ਇੰਨੀ ਲੰਬੀ ਗੱਲ ਕਰਾਂ, ਤੇ ਪਰ ਗੱਲਾਂ ਜਿਹੜੀਆਂ ਹੈਗੀਆਂ ਉਹ ਰਿਸ਼ਤੇਦਾਰਾਂ ਨਾਲ, ਮਿੱਤਰਾਂ ਸੱਜਣਾਂ ਦੇ ਨਾਲ ਬਹੁਤ ਵਾਰੀ ਹੋ ਚੁੱਕੀਆਂ, ਜਿਹੜਾ ਕਿ ਰਿਜ਼ਲਟ ਕੋਈ ਨਿਕਲਿਆ ਨਹੀਂ ਹੈ। ਕੁਝ ਗੱਲਾਂ ਜਿਹੜੀਆਂ ਹੈਗੀਆਂ ਮੈਂ ਸਮਝਦਾ ਕਿ ਉਹ ਗੱਲਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਸੀ। ਜਦੋਂ ਬੰਦਾ ਬੇਵੱਸ ਹੋ ਜੇ ਕਿ ਮੇਰਾ ਖਾਤਾ ਕਿੱਥੇ ਹੈ, ਮੇਰੀ ਜ਼ਮੀਨ ਕਿੱਥੇ ਹੈ, ਤਾਂ ਉਹਦੇ ਲਈ ਆਪਾਂ ਜਦੋਂ ਕੋਈ ਕਿਸੇ ਰਿਸ਼ਤੇਦਾਰ ਦੀ ਨਾ ਮੰਨੇ, ਮਾਮੇ ਦੀ ਨਾ ਮੰਨੇ, ਭਣੋਈਏ ਦੀ ਨਾ ਮੰਨੇ, ਜਾਂ ਮੁਤਬਰ ਸੱਜਣਾ ਦੀ ਨਾ ਮੰਨੇ, ਤੇ ਫਿਰ ਉਹਦੇ ਲਈ ਬੰਦੇ ਕੋਲ ਇੱਕ ਕਾਨੂੰਨ ਦਾ ਰਸਤਾ ਬਚ ਜਾਂਦਾ, ਜਿਹੜਾ ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਾ ਕਿ ਕਾਨੂੰਨ ਦੇ ਵਿੱਚ ਮੈਂ ਐਪਲੀਕੇਸ਼ਨ ਦੇਤੀ ਕਿ ਮੇਰੀ ਜਿਹੜੀ ਜ਼ਮੀਨ ਹੈ ਉਹ ਤਕਸੀਮ ਜਿਹੜੀ ਮੈਂ ਉਹ ਕਰਵਾ ਲਈ ਹੈ, ਜਿਹੜਾ ਕਿ ਮੇਰਾ ਰਾਈਟ ਹੈ। ਤਕਸੀਮ ਦੇ ਵਿੱਚ ਇਹ ਹੈ ਕਿ ਜੇ ਤੁਹਾਨੂੰ ਪਤਾ, ਸਾਰਿਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸ ਰਿਹਾ ਕਿ ਜੇ ਆਪਸੀ ਸਹਿਮਤੀ ਦੇ ਨਾਲ ਤਕਸੀਮ ਜਿਹੜੀ ਹੈ ਉਹ ਕਰਵਾਉਣੀ ਹੋਵੇ ਤਾਂ ਮੇਰਾ ਖਿਆਲ ਹੈ 2 ਹਫ਼ਤੇ ਜਾਂ 3 ਹਫ਼ਤੇ ਦਾ ਕੰਮ ਹੈ, ਜਾਂ ਮਹੀਨੇ 1.5 ਮਹੀਨੇ ਦੇ ਵਿੱਚ ਇਹ ਹੋ ਸਕਦਾ ਹੈ। ਮੈਂ ਐਪਲੀਕੇਸ਼ਨ ਦਿੱਤੀ, ਭਾਈ ਸਾਹਿਬ ਹੋਰਾਂ ਨੇ 8 ਮਹੀਨੇ ਸੰਮਣ ਰਿਸੀਵ ਹੀ ਨਹੀਂ ਕੀਤੇ ਕੋਰਟ ਦੇ। ਟਾਲ ਮਟੋਲ ਉਸ ਤੋਂ ਬਾਅਦ ਜੋ ਇੱਕ ਪ੍ਰੋਸੈਸ ਹੁੰਦਾ ਕਿ ਹਾਂ ਤੁਸੀਂ ਜਿਹੜਾ ਹੈ ਉਹ ਆਪਣੇ ਪਿੰਡ ਦੇ ਚੌਕੀਦਾਰ ਦੇ ਨਾਲ ਜਾ ਕੇ ਸੰਮਣ ਤੁਸੀਂ ਤਾਮੀਲ ਕਰਵਾ ਸਕਦੇ ਹੋ ਆਨਰੇਬਲ ਕੋਰਟ ਦੇ, ਤੇ ਜਾਂ ਤੁਸੀਂ ਪਿੰਡ ਦੇ ਨੰਬਰਦਾਰ ਦੇ ਨਾਲ, ਜਾਂ ਪਿੰਡ ਦਾ ਸਰਪੰਚ ਹੋਵੇ, ਜਾਂ ਕੋਈ ਦੂਸਰੇ ਪਿੰਡ ਦਾ ਕੋਈ ਸਰਪੰਚ ਹੋਵੇ, ਇਹਨਾਂ ਨੂੰ ਲੈ ਕੇ ਤੁਸੀਂ ਸੰਮਣ ਸੰਬੰਧਿਤ ਬੰਦੇ ਨੂੰ ਤਾਮੀਲ ਕਰਾ ਸਕਦੇ ਹੋ, ਜਿਹੜਾ ਕਿ ਤੁਹਾਡੀ ਖੇਵੜ ਦੇ ਵਿੱਚ ਹਿੱਸੇਦਾਰ ਹੈ। ਸੋ ਇਹ ਟਾਲ ਮਟੋਲ ਕਰਦੇ ਰਹੇ। ਪਿੰਡ ਦੇ ਚੌਕੀਦਾਰ ਨੂੰ ਮੈਂ 2 ਵਾਰੀ 3 ਵਾਰੀ ਫੋਨ ਕੀਤਾ ਕਿ ਇਹ ਤੇਰੀ ਡਿਊਟੀ ਬਣਦੀ ਹੈ, ਕੋਰਟ ਦੇ ਵਿੱਚੋਂ ਇੱਕ ਬੰਦਾ ਆਇਆ, ਤੂੰ ਉਹਨਾਂ ਨੂੰ ਇਹੀ ਜਾ ਕੇ ਦੱਸਣਾ ਹੈ, ਵੈਰੀਫਾਈ ਕਰਨਾ ਹੈ ਕਿ ਹਾਂ ਇਹ ਸੰਬੰਧਿਤ ਵਿਅਕਤੀ ਉਹੀ ਹੈ। ਤੇ ਚੌਕੀਦਾਰ ਨੂੰ ਵੀ ਡਰਾ ਲਿਆ, ਹੋਰਾਂ ਨੂੰ ਵੀ ਡਰਾਤਾ, ਤੇ ਕਰਦੇ ਕਰਾਉਂਦੇ ਇਹ ਸਿਲਸਿਲਾ ਬੜਾ ਲੰਬਾ ਹੋ ਗਿਆ, ਕਿਉਂਕਿ ਇਹ ਇੱਕ ਦਿਨ ਤਾਂ ਦੇਖੋ ਹੋ ਹੀ ਜਾਣਾ। ਮੇਰਾ ਰਾਈਟ ਹੈ ਕਿ ਜੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੇਰੀ ਜ਼ਮੀਨ ਕਿੱਥੇ ਹੈ, ਤਾਂ ਉਸ ਜ਼ਮੀਨ ਦਾ ਜਿਹੜਾ ਹੈਗਾ ਉਹ ਕਾਨੂੰਨਨ ਤੁਹਾਨੂੰ ਹੱਕ ਇੱਕ ਦਿਨ ਮਿਲ ਜਾਣਾ। ਮੈਂ ਸਮਝਦਾ ਕਿਉਂਕਿ ਕਾਨੂੰਨ ਤਾਂ ਸਭ ਲਈ ਇੱਕ ਨੇ। ਮੈਂ ਕਦੀ ਵੀ ਕਿਸੇ ਜ਼ਿੰਦਗੀ 'ਚ ਕਦੇ ਵੀ ਕਿਸੇ ਵੀ ਮੁੱਦੇ ਦੇ ਉੱਤੇ ਕਦੇ ਵੀ ਰੋੜਾ ਨਹੀਂ ਬਣਿਆ, ਬਲਕਿ ਮੇਰੀ ਇਹ ਸੋਚ ਹੈ ਕਿ ਹੋ ਸਕਦਾ ਤੁਸੀਂ ਕਿਸੇ ਦੇ ਕੰਮ ਆ ਜਾਓ। ਜ਼ਮੀਨ ਜਿਹੜੀ ਆਪਾਂ ਗੱਲ ਕਰਦਾ ਮੈਂ ਵੀ ਬਾਪੂ ਜੀ ਜਦੋਂ ਤਾਇਆ ਜੀ ਦੀ ਜ਼ਮੀਨ ਇਹਨੇ ਆਪਣੇ ਨਾਂ ਕਰਵਾ ਲਈ, ਮੇਰਾ 4 ਸਾਲ ਦਾ ਠੇਕਾ ਨਹੀਂ ਦਿਆ, ਤੇ ਆੜਤ ਦੇ ਵਿੱਚ ਜਿਹੜਾ ਇਹਨੇ ਉੱਥੇ ਕੋਈ 35-40 ਲੱਖ ਰੁਪਏ ਦਾ ਸ਼ੋਰੂਮ ਬਣਾ ਲਿਆ, ਕਰੀਬ ਕੈਨੇਡਾ ਦੇ ਵਿੱਚ ਜਿਹੜਾ ਘਰ ਹੈ ਇਹਦਾ $2 ਮਿਲੀਅਨ ਦਾ ਇਹਦਾ ਆਪਣਾ ਉੱਥੇ ਘਰ ਹੈ, ਤੇ ਚੁੰਨੀ ਆੜਤ ਦੇ ਵਿੱਚ ਜਿਹੜਾ ਸ਼ੋਰੂਮ ਹੈ ਉਹ ਵੀ ਕਿਸੇ ਦਾ ਇਹਨੇ ਦੱਬਿਆ ਹੋਇਆ, ਉਹਦਾ ਓਨਰ ਕੋਈ ਹੋਰ ਹੈ, ਜਾਣ ਬੁੱਝ ਕੇ ਇਹਨੇ ਉਹ ਦੱਬਿਆ ਹੋਇਆ। ਇਹਦੇ ਵਿੱਚ ਮੈਂ ਸਿਰਫ ਇਹੀ ਕਹਿ ਸਕਦਾ ਕਿ ਇਹ ਜਾਣੇ ਜਾਂ ਉਹ ਓਨਰ ਜਾਣੇ ਕਿ ਕਿਵੇਂ ਹੈ, ਪਰ ਮੈਂ ਇਹ ਸਮਝਦਾ ਕਿ ਜਿਸ ਬੰਦੇ ਦੀ ਕੋਈ ਪ੍ਰਾਪਰਟੀ ਹੈ ਉਹਨੂੰ ਮਿਲਣੀ ਚਾਹੀਦੀ ਹੈ। ਇਹਦੇ ਬਦਲੇ ਜਦੋਂ ਬਾਪੂ ਜੀ ਨੇ ਇਹ ਦੇਖਿਆ ਕਿ ਇਹ ਬੁੱਗੇ ਦੇ ਪੈਸੇ ਨਹੀਂ ਦੇ ਰਿਹਾ, ਤੇ ਇਹਦੇ ਬਦਲੇ ਬਾਪੂ ਜੀ ਨੇ ਮੈਨੂੰ ਕਹਿੰਦੇ ਵੀ ਪੁੱਤ ਮੈਂ ਤੇਰੇ ਨਾਲ ਜ਼ਮੀਨ ਲਵਾ ਦੇਣੀ ਆ।
ਮਹਾ ਫਿਰ ਵੀ ਸਹਿਜੇ ਹੀ ਮੈਂ ਗੱਲ ਸਹਿਜੇ ਕਹੀ, ਹਾਲਾਂਕਿ ਬਾਪੂ ਜੀ ਨੂੰ ਦਿਸਦਾ ਨਹੀਂ ਹੈ, ਪਰ ਹੈ ਪੂਰੀ ਸੁੱਧ ਬੁੱਧ ਦੇ ਵਿੱਚ ਅੱਜ ਵੀ। ਮੈਂ ਬਾਪੂ ਜੀ ਨੂੰ ਉਂਗਲ ਕਰਕੇ ਕਿਹਾ, ਮਹਾ ਬਾਪੂ ਜੀ ਸੋਚ ਲਓ। ਕਹਿੰਦਾ ਨਹੀਂ ਪੁੱਤ, ਸੋਚ ਕੇ ਕਿਹਾ, ਤੇਰੀ ਮਾਂ ਕਹਿੰਦੀ ਸੀ ਵੀ ਸਰਦਾਰ ਬੁੱਗਾ ਬਹੁਤ ਘਾਟੇ 'ਚ ਇਹਨੇ ਲੁੱਟ ਲਿਆ, ਤੂੰ ਬੁੱਗੇ ਦਾ ਧਿਆਨ ਰੱਖੀ। ਬਾਪੂ ਜੀ ਨੇ ਮੇਰੇ ਨਾਮ 4 ਕਿੱਲੇ ਜ਼ਮੀਨ ਕਰਵਾ ਦਿੱਤੇ। 4 ਕਿੱਲੇ ਜ਼ਮੀਨ ਕਰਾਉਣ ਤੋਂ ਬਾਅਦ ਸੰਬੰਧਿਤ ਕਿਸੇ ਅਧਿਕਾਰੀ ਨੇ, ਮੈਂ ਹੁਣ ਨਾਮ ਨਾ ਲਵਾਂ ਕਿਸੇ ਦਾ, ਉਹਨਾਂ ਨੇ ਇਹਨੂੰ ਫੋਨ ਕਰਤਾ ਕਿ ਬੁੱਗੇ ਨੇ ਬਾਪੂ ਜੀ ਤੋਂ ਜ਼ਮੀਨ ਲਵਾ ਲਈ ਹੈ। ਇਹਨੇ ਦੋਨੇ ਤਹਿਸੀਲਾਂ ਦੇ ਵਿੱਚ ਜਿਹੜਾ ਮੇਰਾ ਇੰਤਕਾਲ ਰਕਵਾਤਾ। ਕਰੀਬ 8-9 ਮਹੀਨੇ ਕੇਸ ਚੱਲਿਆ। ਜਿਹੜੀ ਬਾਪੂ ਜੀ ਦੀ ਖਰੀਦੀ ਹੋਈ ਜ਼ਮੀਨ ਹੈ, ਸਾਰੀ ਜ਼ਮੀਨ ਖਰੀਦੀ ਹੈ। ਮੈਂ ਸਮਝਦਾ ਕਿ ਦਿਵਾਲੀ ਵਾਲੀ ਜ਼ਮੀਨ ਜਿਹੜੀ ਹੈ ਬਾਪੂ ਜੀ ਉਹਨਾਂ ਨੇ ਉਹ ਆਪ ਖਰੀਦੀ ਹੈ। ਨੰਗੇੜੀਆਂ ਵਾਲੀ ਜ਼ਮੀਨ ਆਪ ਖਰੀਦੀ ਹੈ। ਕੁੱਬੇ ਵਾਲੀ ਜ਼ਮੀਨ ਬਾਪੂ ਜੀ ਨੇ ਆਪ ਖਰੀਦੀ ਹੈ। ਚੰਦੇ ਵਾਲੀ ਜ਼ਮੀਨ ਬਾਪੂ ਜੀ ਨੇ ਆਪ ਖਰੀਦੀ ਹੈ। ਸਰਵਣ ਜਵੇਰ ਵਾਲੀ ਬਾਪੂ ਜੀ ਨੇ ਜ਼ਮੀਨ ਆਪ ਖਰੀਦੀ ਹੈ। ਭਾਗਰਪੁਰ ਵਾਲੀ ਜ਼ਮੀਨ ਬਾਪੂ ਜੀ ਇਹਨਾਂ ਨੇ ਆਪ ਖਰੀਦੀ ਹੈ। ਕੋਈ ਵੀ ਜ਼ਮੀਨ ਇਹਨੇ ਨਹੀਂ ਖਰੀਦੀ। ਜਿਹੜੀ ਕੋਈ ਖਰੀਦੀ ਹੋਣੀ ਆ ਉਹ ਆਪਣੇ ਲਈ ਤਾਂ ਸ਼ਾਇਦ ਖਰੀਦੀ ਹੋਣੀ ਆ, ਪਰ ਸਾਂਝੇ ਤੌਰ ਤੇ ਜਿਹੜੀ ਜ਼ਮੀਨ ਹੈ ਉਹ ਬਾਪੂ ਜੀ ਉਹਨੇ ਹੀ ਖਰੀਦਦੇ ਰਹੇ ਹੈ, ਜਿਹੜੀ ਕਿ ਸਾਰਿਆਂ ਦੇ ਨਾਮ ਬਰਾਬਰ ਲੱਗਦੀ ਰਹੀ ਹੈ। ਤੇ ਜ਼ਮੀਨ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਜਿੰਨੀ ਹੁਣ ਮੇਰੇ ਨਾਮ ਹੈ ਉਹ ਮੈਂ ਆਪਣੀ ਤਕਸੀਮ ਕਰਾਉਣ ਲਈ ਐਪਲੀਕੇਸ਼ਨ ਦਿੱਤੀ ਹੋਈ ਹੈ। ਮਾਨਯੋਗ ਤਹਿਸੀਲਦਾਰ ਸਾਹਿਬ ਕੋਟ ਉਹ ਇਹਦੀ ਜੋ ਵੀ ਕਾਨੂੰਨਨ ਤਰੀਕੇ ਨਾਲ ਇੱਕ ਪ੍ਰੋਸੈਸ ਚੱਲ ਰਿਹਾ ਹੈ, ਸੋ ਉਹ ਆਪਣਾ ਕੰਮ ਕਰ ਰਹੇ ਨੇ। ਯਾਨੀ ਇਹ ਸਿਵਲ ਦਾ ਮੈਟਰ ਹੈ, ਉਹ ਆਪਣੇ ਤਰੀਕੇ ਨਾਲ ਚੱਲ ਰਿਹਾ ਹੈ। ਪੁਲਿਸ ਦੀ ਮੈਨੂੰ ਜਿਹੜੀ ਕੰਪਲੇਂਟ ਹੈ, ਮੈਂ ਕੰਪਲੇਂਟ ਦਿੱਤੀ ਹੋਈ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਜਿਹਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੈ। ਮੈਂ ਕਿਸੇ ਕਿਸਮ ਦਾ ਜਿਹੜਾ ਹੈਗਾ ਉਹ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਝਗੜਾ ਮੈਂ ਉਹ ਨਹੀਂ ਚਾਹੁੰਦਾ, ਕਿਉਂਕਿ ਮੈਂ ਆਪਣਾ ਜਿਹੜਾ ਕੈਰੀਅਰ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਮੇਰੇ ਆਪਣੇ ਲੰਬੇ ਅਰਸੇ ਦੇ ਕੈਰੀਅਰ ਦੇ ਵਿੱਚ ਘਰਦਿਆਂ ਦਾ ਕੋਈ ਐਡਾ ਬਹੁਤਾ ਯੋਗਦਾਨ ਨਹੀਂ ਹੈ। ਘਰੋਂ ਸਤਵਿੰਦਰ ਬੁੱਗਾ ਪ੍ਰੋਡਕਟ ਦੇ ਉੱਤੇ ਕੋਈ ਇਨਵੈਸਟਮੈਂਟ ਨਹੀਂ ਹੋਈ ਘਰੋਂ। ਜੇ ਕੋਈ ਸਾਰੀ ਦੀ ਸਾਰੀ ਮੈਂ ਸਮਝਦਾ ਮਿਹਰਬਾਨੀ ਹੈ ਉਹ ਜਨਾਬ ਸ਼੍ਰੀ ਚਰਨਜੀਤ ਹੁਜਰਾ ਸਾਹਿਬ ਗੁਰੂ ਜੀ ਉਹਨਾਂ ਦੀ ਹੈ, ਕਿਉਂਕਿ ਉਹਨਾਂ ਨੇ ਮੈਨੂੰ ਪ੍ਰਮੋਟ ਕੀਤਾ, ਰਿਕਾਰਡ ਕੀਤਾ ਔਰ ਮੇਰੇ ਲਈ ਦਿਨ ਰਾਤ ਮਿਹਨਤ ਕਰਕੇ ਗਾਣੇ ਬਣਾਏ। ਉਹ ਗਾਣੇ ਮੇਰੇ ਕੋਲੋਂ ਗਵਾਏ, ਉਹ ਲੋਕਾਂ ਨੇ ਪਸੰਦ ਕਰ ਲਏ ਤੇ ਮੇਰਾ ਨਾਮ ਬਣ ਗਿਆ ਉਸ ਮਾਲਕ ਦੀ ਮਿਹਰਬਾਨੀ ਦੇ ਨਾਲ। ਸੋ ਇਸ ਤਰ੍ਹਾਂ ਕਹਿ ਦੇਣਾ ਕਿ ਪੁਲਿਸ ਦੇ ਜਿਹੜੇ ਝੂਠੇ ਇਲਜ਼ਾਮ ਲਾਏ ਆ ਉਹਨਾਂ ਦਾ ਉਹ ਸਭ ਬੇਬੁਨਿਆਦ ਨੇ। ਮੈਂ ਕਲਾਕਾਰ ਹਾਂ। ਮੈਂ ਅਕਸਰ ਇਹ ਗੱਲ ਸਾਂਝੀ ਕਰਦਾ ਹੁੰਦਾ, ਮੈਂ ਯਾਰ ਕਲਾਕਾਰਾਂ ਦਾ ਕੰਮ ਵੀ ਕਲਾਸ 4 ਦਾ ਕੰਮ ਹੁੰਦਾ ਹੈ। ਵੀ ਕਿੱਦਾਂ ਜਿਵੇਂ ਕਹੇ ਕੋਈ ਵੀ ਬੰਦਾ ਵਿਅਕਤੀ ਦਾ ਨਾਮ ਹੈ, ਇਹ ਵੀ ਸੈਟ ਵੀ ਆਪਾਂ ਤੁਸੀਂ ਦਿਨੇਸ਼ ਲਾ ਲਓ। ਚਲੋ ਜੀ ਦਿਨੇਸ਼ ਜੀ ਸਾਹਿਬ, ਚੱਲ ਟੇਬਲ 'ਤੇ ਕੱਪੜਾ ਲਾ ਦੇ, ਅੱਛਾ ਜੀ। ਪਾਣੀ ਪਿਲਾ ਦੇ, ਅੱਛਾ ਜੀ। ਭਾਂਡੇ ਚੱਕ ਦੇ, ਅੱਛਾ ਜੀ। ਮੈਂ ਕਿਹਾ ਵੀ ਸਾਡਾ ਵੀ ਇਹੀ ਕੰਮ ਹੈ ਯਾਰ। ਕਿੱਦਾਂ ਵੀ ਆ ਫਲਾਣਾ ਗਾਣਾ ਬੰਦ ਕਰਕੇ ਫਲਾਣਾ ਸੁਣਾ ਦੇ, ਅੱਛਾ ਜੀ। ਆਹ ਗਾਣਾ ਬੰਦ ਕਰਕੇ ਆਹ ਸੁਣਾ ਦੇ, ਅੱਛਾ ਜੀ। ਬੇਸ਼ੱਕ ਅਸੀਂ ਕਲਾਕਾਰ ਆਮ ਬੰਦੇ ਨਾਲੋਂ 2 ਫੁੱਟ 4 ਫੁੱਟ ਉੱਚੇ ਖੜੇ ਹਾਂ, ਪਰ ਸਾਡੀ ਜੌਬ ਤਾਂ ਯੈਸ ਸਰ ਹੀ ਹੈ ਨਾ। ਮੈਂ ਕਦੀ ਵੀ ਇਹ ਮਹਿਸੂਸ ਨਹੀਂ ਕੀਤਾ। ਮੈਂ ਬਿਲਕੁਲ ਜਿਹੜਾ ਹੈਗਾ ਉਹ ਲੋਕ ਸਾਨੂੰ ਪਿਆਰ ਕਰਦੇ ਨੇ, ਨਾਲੇ ਸਾਡੇ ਗੀਤ ਸੁਣਦੇ ਨੇ, ਨਾਲੇ ਸਾਨੂੰ ਪੈਸੇ ਦਿੰਦੇ ਨੇ, ਨਾਲੇ ਪੈਸੇ ਦੇ ਕੇ ਸਾਤੋਂ ਉੱਪਰੋਂ ਵਾਰਦੇ ਨੇ। ਬੇਸ਼ੱਕ ਉਹਦੇ ਵਿੱਚ ਜੋ ਜਿਸ ਤਰ੍ਹਾਂ ਦਾ ਮਰਜ਼ੀ ਵੀ ਹੈ, ਇਨਵੈਸਟਮੈਂਟ ਕਿਸ ਚੀਜ਼ ਦੀ ਹੈ, ਆਡੀਓ ਦੀ ਹੈ, ਵੀਡੀਓ ਦੀ ਹੈ, ਫਿਰ ਪ੍ਰਮੋਸ਼ਨ ਦੀ ਹੈ, ਡਰੈਸਿਸ ਦੀ ਹੈ ਔਰ ਲੋਕੇਸ਼ਨ ਤੇ ਹੈ। ਕੀ ਖਰਚਾ ਹੁੰਦਾ ਛੱਡੋ, ਇੱਕ ਲੰਬਾ ਅਰਸਾ ਕਿਤੇ ਫਿਰ ਲੰਬਾ ਚੌੜਾ ਹਫ਼ਤਾ ਹੈ, ਫਿਰ ਕਿਤੇ ਇਹ ਗੱਲ ਕਰਾਂਗੇ ਜਦੋਂ ਕਿਤੇ ਫਿਰ। ਸੋ ਮੈਂ ਸਮਝਦਾ ਕਿ ਇਸ ਤਰ੍ਹਾਂ ਕਿਸੇ ਬੰਦੇ ਦੇ ਜਿਹੜਾ ਖਿਲਾਫ ਹੈ ਉਹ ਇਸ ਤਰ੍ਹਾਂ ਦਾ ਚੱਕਰ ਨਹੀਂ ਕਰਨਾ ਚਾਹੀਦਾ। ਮੇਰਾ ਦੋਸਤ ਅਮਰਜੀਤ ਨਾਰਾਇਣ ਤੇ ਨਰੇਸ਼ ਪਾਲ ਨੂੰ ਦਲਵਿੰਦਰ ਸਿੰਘ ਭੋਲਾ ਵੱਲੋਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਨੇ। ਮੈਂ ਦੱਸ ਰਿਹਾ ਸੀ ਕਿ 18 ਨਵੰਬਰ ਨੂੰ ਜਿਹੜੀ ਇਹਨੇ ਪੋਸਟ ਪਾਈ 2021 ਨੂੰ ਫੇਸਬੁੱਕ ਤੇ ਮੇਰੇ ਖਿਲਾਫ, ਮੈਂ ਬਰਦਾਸ਼ਤ ਕਰ ਲਈ। ਤੇ ਜਦੋਂ ਮੈਂ 11 ਅਪ੍ਰੈਲ ਨੂੰ ਐਪਲੀਕੇਸ਼ਨ ਦਿੱਤੀ ਹੈ, ਉਹ ਤੋਂ ਥੋੜੇ ਦਿਨ ਪਹਿਲਾਂ ਅਮਰਜੀਤ ਨਾਰਾਇਣ ਮੇਰੇ ਬਹੁਤ ਅੱਛੇ ਦੋਸਤ ਨੇ, ਉਹਨਾਂ ਨੂੰ ਫੋਨ ਕਰਕੇ ਧਮਕੀ ਦਿੱਤੀ। ਕਹਿੰਦਾ ਵੀ ਤੂੰ ਇਹਨੂੰ ਸਮਝਾ ਦੇ
ਪਤਾ ਨਹੀਂ ਕਿਹੜਾ ਸਮਝਾਉਣਾ, ਕਿਉਂਕਿ ਜੇ ਮੈਂ ਆਪਣਾ ਹੱਕ ਮੰਗ ਰਿਹਾ ਤਾਂ ਉਹ ਇਹਨਾਂ ਨੂੰ ਚੰਗਾ ਨਹੀਂ ਮਤਲਬ ਲੱਗਦਾ ਹੈ ਭਾਈ ਸਾਹਿਬ ਨੂੰ। ਅਮਰਜੀਤ ਨੂੰ ਇਹ ਕਿਹਾ ਕਿ ਜੇ ਤੂੰ ਇਹ ਨਾ ਕੀਤਾ ਤਾਂ ਉਹਨੂੰ ਮੇਰਾ ਸੁਨੇਹਾ ਦੇ ਦੀ ਬੜੇ ਧਮਕੀ ਭਰੇ ਲਹਿਜੇ ਦੇ ਵਿੱਚ, ਬਈ ਜੇ ਤੂੰ ਨਾ ਕੀਤਾ ਮੈਂ ਤੇਰੀਆਂ ਵੈਬ ਫਿਲਮਾਂ ਬਣਾਉਂਗਾ। ਚਲੋ ਅਮਰਜੀਤ ਦੀ ਗੱਲਬਾਤ ਹੋਈ, ਉਹ ਸਿਲਸਿਲਾ ਉਸ ਤੋਂ ਬਾਅਦ ਫਿਰ ਮੈਂ ਐਪਲੀਕੇਸ਼ਨ ਜਿਹੜੀ ਹੈ ਥਾਣੇ ਦਿੱਤੀ ਕਿ ਇਹ ਮੇਰੇ ਖਿਲਾਫ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਕਰ ਰਿਹਾ ਤੇ ਇਹਨੂੰ ਰੋਕਿਆ ਜਾਵੇ। ਪੁਲਿਸ ਨੇ ਬਹੁਤ ਵਾਰੀ ਉਹਨੂੰ ਬੁਲਾਇਆ, ਇੱਕ ਵਾਰੀ ਇਹ ਗਿਆ, ਮੈਨੂੰ ਵੀ ਬੁਲਾਇਆ ਥਾਣੇ ਦੇ ਵਿੱਚ SHO ਸਾਹਿਬ ਨੇ, ਤੇ ਗੱਲਬਾਤ ਜੋ ਵੀ ਹੋਈ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਟਾਈਮ ਦਿੱਤਾ, ਮੈਂ ਫਿਰ ਜਾ ਕੇ ਗਿਆ ਥਾਣੇ। ਫਿਰ ਉਸ ਤੋਂ ਬਾਅਦ ਪੁਲਿਸ ਨੇ SHO ਸਾਹਿਬ ਨੇ ਇਹਨੂੰ ਬੁਲਾਇਆ, ਇਹ ਨਹੀਂ ਗਿਆ, ਫਿਰ ਬੁਲਾਇਆ, ਇਹ ਨਹੀਂ ਗਿਆ, ਫਿਰ ਕਹਿੰਦਾ ਮੈਨੂੰ ਪਰਵਾਨੇ ਭੇਜੋ, ਫਿਰ ਪਰਵਾਨਾ ਭੇਜਿਆ, ਉਹ ਰਿਸੀਵ ਨਹੀਂ ਕੀਤਾ, ਫਿਰ ਪਰਵਾਨਾ ਭੇਜਿਆ, ਰਿਸੀਵ ਨਹੀਂ ਕੀਤਾ, ਫਿਰ ਪਰਵਾਨਾ ਭੇਜਿਆ, ਰਿਸੀਵ ਨਹੀਂ ਕੀਤਾ। ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਤੁਸੀਂ ਉਹ ਸੁਣੇ ਚੁੱਕੇ ਹੋ, ਉਹਨੇ ਕੀ ਕੀਤਾ, ਬੇਲ ਲਈ ਹੈ ਜਾਂ ਜੋ ਵਟਐਵਰ ਇੱਕ ਕੋਰਟ ਦੀ ਜੋ ਵੀ ਪ੍ਰਕਿਰਿਆ ਹੁੰਦੀ ਹੈ ਉਸ ਹਿਸਾਬ ਨਾਲ ਆਪਾਂ ਉਹਦੇ ਵਿੱਚ ਦਖਲ ਨਹੀਂ ਦੇ ਸਕਦੇ ਹਾਂ, ਉਹ ਆਨਰੇਬਲ ਕੋਰਟ ਦਾ ਕੰਮ ਹੈ। ਨਰੇਸ਼ਪਾਲ ਨੂੰ ਧਮਕੀ ਦਿੱਤੀ, ਮੈਂ ਤੈਨੂੰ ਆਹ ਕਰ ਦੂੰਗਾ, ਮੈਂ ਤੈਨੂੰ ਉਹ ਕਰ ਦੂੰਗਾ, ਤੇ ਤੂੰ ਮੇਰਾ ਕੋਈ ਵੀ ਦੋਸਤ ਹੈ, ਮੇਰੇ ਦੋਸਤ ਮੇਰੇ ਨਾਲ ਦਿਨ ਰਾਤ ਖੜੇ ਨੇ, ਭਾਵੇਂ ਉਹ ਇੱਥੇ ਦੇਸ਼ ਹੋਵੇ ਜਾਂ ਵਿਦੇਸ਼ ਹੋਵੇ, ਕਿਸੇ ਵੀ ਮੁਲਕ ਦੇ ਵਿੱਚ ਜਿਹੜੇ ਹੈਗੇ ਮੇਰੇ ਦੋਸਤਾਂ ਨੇ ਕਦੀ ਵੀ ਮੈਨੂੰ ਪਿੱਠ ਨਹੀਂ ਦਿਖਾਈ, ਅੱਧੀ ਰਾਤ ਵੀ ਉਹ ਮੇਰੇ ਲਈ ਹਾਜ਼ਰ ਨੇ। ਇਸ ਲਈ ਮੈਂ ਦੋਸਤਾਂ ਦਾ ਬਹੁਤ ਵੱਡਾ ਸ਼ੁਕਰਗੁਜ਼ਾਰ ਹਾਂ। ਲੈਣ ਦੇਣ ਦਾ ਮਸਲਾ ਹੈ, ਇਹਦੇ ਵਿੱਚ ਲੰਬਾ ਚੌੜਾ ਹਿਸਾਬ ਜਿਹੜਾ ਹੈਗਾ ਉਹ ਕਰਨਾ ਨਹੀਂ ਚਾਹੀਦਾ। ਮੈਂ ਸਮਝਦਾ ਕਿ ਵੱਡੇ ਜਿਹੜੇ ਮਸਲੇ ਹੈ ਉਹ ਬੈਠ ਕੇ ਨਜਿੱਠੇ ਜਾ ਸਕਦੇ ਨੇ। ਮੀਡੀਆ ਜੋ ਵੀ ਹੈ ਆਪਣਾ ਰੋਲ ਅਦਾ ਕਰੇ, ਕੋਈ ਵੀ ਗੱਲ ਜਿਹੜੀ ਹੈਗੀ ਉਹ ਘੋਖ ਕਰੇ ਤੋਂ ਬਿਨਾ ਕਿਸੇ ਵੀ ਸੈਲੀਬ੍ਰਿਟੀ ਦੇ ਖਿਲਾਫ ਮੈਂ ਸਮਝਦਾ ਕਿ ਇਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਬਹੁਤ ਮਿਹਨਤ ਦੇ ਨਾਲ ਤੁਸੀਂ, ਬਹੁਤ ਅਰਦਾਸਾਂ ਦੇ ਨਾਲ ਤੁਸੀਂ ਆਪਣਾ ਨਾਮ ਬਣਾਇਆ ਹੁੰਦਾ ਹੈ, ਤੇ ਇੱਕ ਝਟਕੇ ਦੇ ਵਿੱਚ ਉਹ ਪੱਤਰਕਾਰ ਜਿਹੜੇ ਹੈ ਕਲਾਕਾਰ ਦੀ ਕੀਤੀ ਹੋਈ ਕਮਾਈ ਬਿਨਾਂ ਕਿਸੇ ਗੱਲ ਤੋਂ ਕੀ ਕਰ ਦਿੰਦੇ ਨੇ, ਉਹ ਤੁਸੀਂ ਸਾਰੀ ਜਾਣਦੇ ਹੋ। ਸੋ ਬਿਹਤਰ ਇਹੀ ਹੈ ਕਿ ਪੁੱਛਗਿੱਛ ਕੀਤੀ ਜਾਵੇ। ਘਰੇਲੂ ਵੰਡ ਦਾ ਸਾਡਾ ਇਹ ਮਸਲਾ ਹੈ, ਘਰੇਲੂ ਪੈਸੇ ਦੇ ਲੈਣ ਦੇਣ ਦਾ ਮਸਲਾ ਹੈ, ਜਿਹੜਾ ਕਿ ਮੈਂ ਸਮਝਦਾ ਕਿ ਪੰਚਾਇਤੀ ਰਾਜ਼ੀਨਾਮੇ ਦੇ ਵਿੱਚ ਇਹ ਮੰਨਿਆ ਵੀ ਹੋਇਆ, ਮੈਂ ਪੈਸੇ ਦਊਂਗਾ ਔਰ ਉਹ ਪੈਸੇ ਇਹਨੂੰ ਦੇਣੇ ਚਾਹੀਦੇ ਨੇ। ਮੈਂ ਰਿਸ਼ਤੇਦਾਰਾਂ ਨੂੰ ਇਹ ਗੱਲ ਕਹੀ ਕਿ ਮੇਰੇ ਪੈਸੇ ਦਵਾ ਦਿੱਤੇ ਜਾਣ, ਤੇ ਜਿਹੜੀ ਬਾਪੂ ਜੀ ਨੇ ਮੇਰੇ ਨਾਮ ਜ਼ਮੀਨ ਲਗਵਾਈ ਹੈ ਉਹ ਮੈਂ ਵਾਪਸ ਕਰ ਦੂੰਗਾ। ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜੇ ਤਾਇਆ ਜੀ ਵਾਲੀ ਜ਼ਮੀਨ ਦਾ ਜਿਹੜਾ ਹੈਗਾ, ਹਾਂ ਤਾਇਆ ਜੀ ਜਿਹਨੂੰ ਮਰਜ਼ੀ ਜ਼ਮੀਨ ਦੇ ਸਕਦਾ, ਭਾਵੇਂ ਕੋਈ XYZ ਕੋਈ ਵੀ ਹੋਵੇ ਉਹਨੂੰ ਦੇ ਸਕਦਾ, ਬਟ ਜੇ ਇੱਕ ਭਤੀਜੇ ਨੂੰ ਦਿੱਤੀ ਹੈ ਤਾਂ ਬਾਕੀ ਭਤੀਜਿਆਂ ਦਾ ਵੀ ਹੱਕ ਬਣਦਾ ਹੀ ਆ। ਹਾਂ ਬਾਪੂ ਜੀ ਆਪਣੀ ਖਰੀਦੀ ਹੋਈ ਜ਼ਮੀਨ ਜਿਹੜੀ ਹੈ ਉਹ ਕਿਸੇ ਨੂੰ ਵੀ ਦੇ ਸਕਦੇ ਨੇ, ਆਪਣੇ ਪੁੱਤਰਾਂ ਨੂੰ ਸਾਰਿਆਂ ਨੂੰ ਦੇ ਸਕਦੇ ਨੇ, ਆਪਣੇ ਪੁੱਤਰ ਨੂੰ ਕਿਸੇ ਨੂੰ ਇੱਕ ਨੂੰ ਦੇ ਸਕਦੇ ਨੇ, ਜਾਂ ਦੋ ਨੂੰ ਦੇ ਸਕਦੇ ਨੇ, ਜਾਂ ਤਿੰਨਾਂ ਨੂੰ ਨਹੀਂ ਦੇ ਸਕਦੇ, ਆਪਣੀ ਕਿਸੇ ਧੀ ਨੂੰ ਦੇ ਸਕਦੇ ਨੇ। ਇਹ ਉਹ ਬਾਪੂ ਜੀ ਦੇ ਆਪਣੇ ਜਿਹੜੇ ਹੈਗੇ ਫੈਸਲੇ ਆ ਉਹ ਉਹਨਾਂ ਦੇ ਉੱਤੇ ਕੋਈ ਬੰਦਾ ਕਿੰਤੂ ਪਰੰਤੂ ਨਹੀਂ ਕਰ ਸਕਦਾ। ਸੋ ਬਹੁਤ ਮੈਂ ਕਹਿੰਦਾ ਬਈ, ਮੈਂ ਗੁਰੂ ਜੀ ਨੇ ਮੇਰੇ ਕੋਲ ਇੱਕ ਗੀਤ ਗਾਇਆ ਸੀ ਸੱਤਾ ਕੋਟਲੀ ਵਾਲਾ ਦਾ, ਕਿ ਰੱਬਾ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ, ਕੰਮ ਕਿਸੇ ਦੂਸਰੇ ਦੇ ਆਉਣ ਜੋਗਾ ਕਰਦੇ। ਆਪਣਿਆਂ ਨਾਲ ਦੁੱਖ ਜਿੱਦਾਂ ਨੇ ਵੰਡਾਈ ਦੇ, ਹੋਰਾਂ ਨਾਲ ਦੁੱਖ ਵੀ ਵੰਡਾਉਣ ਜੋਗਾ ਕਰਦੇ, ਰੱਬਾ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ। ਬਾਅਦ 'ਚ ਇਸੇ ਚੀਜ਼ ਨੂੰ ਲੈ ਕੇ, ਇਸੇ ਸ਼ਬਦਾਂ ਨੂੰ ਲੈ ਕੇ ਅਸੀਂ ਭੇਟ ਵੀ ਰਿਕਾਰਡ ਕੀਤੀ ਜਿਹੜੀ ਤੁਸੀਂ ਸੁਣੀ ਹੈ, ਮਾਈ ਮੈਨੂੰ ਨੇਕੀਆਂ ਕਮਾਉਣ ਜੋਗਾ ਕਰਦੇ, ਕੰਮ ਕਿਸੇ ਦੂਸਰੇ ਦੇ ਆਉਣ ਜੋਗਾ ਕਰਦੇ। ਮੈਂ ਤਾਂ ਕਹਿਣਾ ਮੈਂ ਫੇਰ ਵੀ ਵਡਭਾਗਾ ਏ ਕਿ ਜੇ ਮੈਂ ਕਿਸੇ ਦੇ ਕੰਮ ਆ ਗਿਆ, ਕਿਸੇ ਵੀ ਜਿਹੜੇ ਚੈਨਲ ਨੇ ਇਸ ਤਰ੍ਹਾਂ ਦੇ ਅਨਆਥੋਰਾਈਜ਼ਡ ਚੈਨਲ ਨੇ, ਉਹਨਾਂ ਨੇ ਮੇਰੀ ਵੀਡੀਓ ਜਿਹੜੀ ਹੈ ਉਹ ਸਾਂਝੀ ਕਰਕੇ 4 ਪੈਸੇ ਕਮਾ ਲਏ, ਚਲੋ ਉਹਨਾਂ ਦੇ ਢਿੱਡ 'ਚੋਂ ਪੈਸੇ ਚਲੇ ਗਏ, ਮੈਂ ਸਮਝਦਾ ਮੈਂ ਫੇਰ ਵੀ ਕੰਮ ਆ ਗਿਆ। ਦੋਸਤੋ ਦੇਣਾ ਚਾਹੀਦਾ ਹੈ। ਬੰਦਾ ਆਪਣੇ ਸਰੀਰ ਵਿੱਚੋਂ ਕੀ ਦੇ ਸਕਦਾ ਹੈ? ਸਮਾਂ ਦੇ ਸਕਦਾ ਕਿਸੇ ਨੂੰ ਨਾ, ਬੰਦਾ ਕੋਈ ਹੱਡ ਪੈਰ ਦੇ ਸਕਦਾ ਹੈ, ਨਾ ਕੋਈ ਮਾਸ ਦੇ ਸਕਦਾ ਹੈ, ਨਾ ਕੋਈ ਹੋਰ ਚੀਜ਼ ਦੇ ਸਕਦਾ ਤਾਂ
ਬਲੱਡ ਦੇ ਸਕਦਾ ਹੈ। ਬੰਦਿਆਂ ਨੇ 100 ਵਾਰ ਬਲੱਡ ਡੋਨੇਟ ਕੀਤਾ ਸ਼ਾਇਦ, ਮੈਂ ਨਾ ਕਹਾਂ ਅਸੀਂ ਵੀ ਕਿੰਨੀ ਵਾਰ ਕੀਤਾ, ਕੀ ਕੀਤਾ, ਛੱਡੋ ਇਸ ਗੱਲ ਨੂੰ ਕੀ ਲੈਣਾ। ਬਟ ਮੈਂ ਕਿਸੇ ਦੇ ਵੀ ਬਾਰੇ 'ਚ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਸੈਲੀਬ੍ਰਿਟੀ ਹੈ ਜਿਹਨੇ ਮਿਹਨਤ ਕਰਕੇ ਇੱਕ ਲੰਬਾ ਅਰਸਾ ਮਿਹਨਤ ਕਰਕੇ ਆਪਣਾ ਨਾਮ ਬਣਾਇਆ ਹੈ, ਸੋ ਉਹਦੇ ਬਾਰੇ ਇੰਨੀ ਜਲਦੀ ਤੁਸੀਂ ਵਿਸ਼ੇਸ਼ਣ ਲਾ ਕੇ ਤੁਸੀਂ ਜਿਹੜੇ ਇਹ ਕੰਮ ਕਰਦੇ ਹੋ ਸੱਜਣੋ, ਜ਼ਰਾ ਸੋਚੋ। ਅਸੀਂ ਵੀ ਫੈਮਿਲੀ ਵਾਲੇ ਹਾਂ, ਅਸੀਂ ਵੀ ਬਚੜ ਵਾਲਾ ਹੈ, ਸਾਡੀ ਵੀ ਲਾਈਫ ਹੈ, ਸਾਡਾ ਵੀ ਅੱਗੇ ਫਿਊਚਰ ਹੈ। ਇੰਨੀ ਮਿਹਨਤ ਨਾਲ ਕੀਤਾ ਜਿਹੜਾ ਹੈਗਾ ਨਾਮ ਬਣਾਇਆ, ਤੇ ਤੁਸੀਂ ਰੱਬ ਤੁਹਾਨੂੰ ਮਾਫ ਕਰੇ। ਸੋ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣੇ ਇਸ ਭਰਾ ਕੋਲੋਂ ਇੱਦਾਂ ਦਾ ਕੰਮ ਕਦੀ ਵੀ ਨਹੀਂ ਸੋਚੋਗੇ ਜਿਹੜਾ ਮੈਂ ਕਿਸੇ ਦੇ ਖਿਲਾਫ। ਹਾਂ, ਆਪਣੇ ਹੱਕਾਂ ਦੀ ਲੜਾਈ ਮੈਂ ਜ਼ਰੂਰ ਲੜੂੰਗਾ, ਭਾਵੇਂ ਮੈਨੂੰ ਮਾਰ ਦਿੱਤਾ ਜਾਵੇ, ਭਾਵੇਂ ਮੈਨੂੰ ਕਤਲ ਕਰ ਦਿੱਤਾ ਜਾਵੇ, ਮੈਂ ਆਪਣੇ ਹੱਕਾਂ ਦੀ ਲੜਾਈ ਜ਼ਰੂਰ ਲੜੂੰਗਾ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਮੇਰੀ ਗੱਲ ਸੁਣੀ ਹੈ। ਜੋ ਵੀ ਗੱਲ ਇੱਕ ਮੈਂ ਆਪਣੀ ਤੁੱਛ ਬੁੱਧੀ ਨਾਲ ਰੱਖੀ ਹੈ, ਤੁਸੀਂ ਉਹਨੂੰ ਬਹੁਤ ਹੀ ਧਿਆਨ ਨਾਲ ਵਿਚਾਰ ਕਰਕੇ ਜ਼ਰਾ ਸੋਚੋ ਕਿ ਮੈਂ ਇਹ ਕੀ ਕਿਹਾ। ਹਾਂ, ਬੋਲਦਿਆਂ ਹੋਇਆਂ ਕਿਸੇ ਦੇ ਖਿਲਾਫ ਮੇਰੇ ਕੋਲੋਂ ਜੇ ਕੋਈ ਗੱਲ ਕਹੀ ਗਈ ਹੋਵੇ ਤੇ ਮੈਂ ਉਹਦੇ ਲਈ ਮਾਫੀ ਮੰਗਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪਣਾ ਬਹੁਤ ਖਿਆਲ ਰੱਖਿਓ। ਥੈਂਕ ਯੂ, ਸ਼ੁਕਰੀਆ।